केरा जोर रसावल छंद सुनो मोन राजन सदा सिद्ध साजन कछु देह मतम कहो तोहे बतम। ਪਾਰਸਨਾਥ ਕਹਿਣ ਲੱਗਿਆ ਵਿਸ਼ਿੰਦਰਨਾਥ ਨੂੰ, ਫਿਰ ਮੁਨੀ ਰਾਜ ਮੇਰੀ ਇੱਕ ਗੱਲ, ਮੈਂ ਤੁਹਾਨੂੰ ਗੱਲ ਕਹਿਣ ਲੱਗਿਆ, ਮੇਰੀ ਇੱਕ ਗੱਲ ਸੁਣੋ ਕਿ ਮੈਨੂੰ ਕੁਛ ਹੁਣ ਮੱਤ ਦਿਓ। ਤੁਸੀਂ ਸਾਰੀਆਂ ਹਰ ਪ੍ਰਕਾਰ ਦੇ ਗਿਆਨ ਦੇ ਮਾਲਕ ਹੋ, ਗਿਆਤਾ ਹੋ, ਸਾਰੀਆਂ ਸਿੱਧੀਆਂ ਸਾਰੀਆਂ ਸੋਝੀਆਂ ਦੀ ਜਾਣਕਾਰੀ ਹੈ ਤੁਹਾਨੂੰ, ਸਭ ਪ੍ਰਕਾਰ ਦੀ ਅਕਲ ਹੈ ਤੁਹਾਨੂੰ, ਤੇ ਮੈਨੂੰ ਵੀ ਕੁਛ ਸਮਝ ਦਿਓ ਹੁਣ ਮੈਂ ਕੀ ਕਰਾਂ। ਦੋ ਜੋਰ ਜੁਦਮ ਹਠੀ ਪਰਮ ਕ੍ਰੁਦਮ। ਜਿਹੜੇ ਤਾਂ ਵਿਵੇਕ ਅਵਿਵੇਕ ਦੀ ਗੱਲ ਕੀਤੀ ਹੈ, ਇਹਦਾ ਦੋ ਹੀ ਬੜੇ ਹਠੀਲੇ ਸੂਰਮੇ ਨੇ, ਜੋਰਾਵਰ ਨੇ। ਇਹ ਤਾਂ ਜਿੰਨਾ ਚਿਰ ਸੰਸਾਰ ਚੱਲਦਾ ਇਹਨਾਂ ਦੀ ਲੜਾਈ ਚੱਲਦੀ ਰਹਿੰਦੀ ਹੈ, ਇਹਦਾ ਇਲਾਜ ਮੇਰੇ ਕੋਲ ਕੋਈ ਨਹੀਂ। ਇਹਨਾਂ ਨੂੰ ਜਿੱਤਣਾ, ਇਹ ਅਵਿਵੇਕ ਨੂੰ ਜਿੱਤਣਾ, ਵਿਵੇਕ ਤੇ ਬਿਨਾਂ ਜਿੱਤਿਆ ਨਹੀਂ ਜਾਣਾ, ਤੇ ਮੈਂ ਤਾਂ ਵਿਵੇਕ ਨਹੀਂ ਹੈਗਾ। ਇਹਨੂੰ ਜਿੱਤਣ ਵਾਸਤੇ ਮੈਂ ਵਿਵੇਕ ਦਾ ਰੂਪ ਧਾਰਨ ਕਰਨਾ। ਆਪਣੇ ਅਵਿਵੇਕ ਔਰ ਵਿਵੇਕ ਦੋ ਹੀ ਵਿੱਚ ਨੇ, ਚਿੱਤ ਔਰ ਮਨ ਦੋ ਹੀ ਨੇ। ਚਿੱਤ ਵਿਵੇਕ ਕਿਵੇਂ ਬਣ ਜਾਵੇ ਕਿ ਮਨ ਉਹ ਤੋਂ ਹਾਰ ਖਾ ਜਾਵੇ, ਉਹ ਅਕਲ ਮੰਗਦਾ। ਉਹ ਵਿਵੇਕ ਮੇਰੀ ਹੀ ਬੁੱਧੀ, ਵਿਵੇਕ ਬੁੱਧੀ ਕਿਵੇਂ ਬਣ ਜਾਵੇ ਤਾਂ ਕਿ ਮਨ ਜਿੱਤਿਆ ਜਾਵੇ। ਤਦੇ ਮਨ ਜਿੱਤਣਾ ਜੇ ਬੁੱਧੀ ਵਿਵੇਕ ਜਿਹੜਾ ਵਿਵੇਕ ਬੁੱਧ ਸਤਿਗੁਰ ਤੇ ਪਾਈ। ਸਤਿਗੁਰ ਤਾਂ ਹੁਣ ਇਹਨੂੰ ਬਣਾਈ ਬੈਠਾ, ਮੰਨੀ ਬੈਠਾ, ਤਾਂ ਹੀ ਉਹ ਤਾਂ ਅਕਲ ਮੰਗਦਾ ਵੀ ਮੈਨੂੰ ਗਿਆਨ। ਹਾਂ, ਮਤ ਉਹ ਤੇ ਮਤ ਮੰਗਦਾ, ਯਾਨੀ ਗੁਰ ਕੀ ਮਤ ਮੰਗਦਾ। ਹੁਣ ਇਹ ਗੁਰ ਕੀ ਮਤ ਤੋਂ ਲੈ ਹੋਏ ਆਣੇ ਭਗਤ ਬਿਨਾਂ ਬਹੁਤ ਡੁੱਬੇ ਸਨ। ਡੁੱਬਿਆ ਹੋਇਆ ਸਮਝਦਾ ਆਪਣੇ ਆਪ ਨੂੰ, ਭਗਤੀ ਨਹੀਂ ਕੀਤੀ ਹੁਣ ਸਹੀ। ਜਿਹਨੂੰ ਉਹ ਸਮਝਦਾ ਭਗਤੀ, ਉਹ ਭਗਤੀ ਨਹੀਂ ਹੈ। ਉਹ ਸਮਝਦਾ ਸੀ ਯੱਗ ਕਰਨਾ ਭਗਤੀ ਹੈ, ਧਰਮ ਦਾ ਕੰਮ ਹੈ। ਜੱਗ ਵਿੱਚ ਦਾਨ ਕਰਨਾ ਧਰਮ ਦਾ ਕੰਮ ਹੈ। ਇਹ ਤਾਂ ਧਰਮ ਹੈ ਨਹੀਂ, ਇਹ ਤਾਂ ਪੰਡਤ ਦਾ ਬਣਾਇਆ ਹੋਇਆ ਧਰਮ ਸੀ। ਇਹ ਤਾਂ ਪਾਪ ਹੈ, ਅਪਰਾਧ ਹੈ। ਅਪਰਾਧ ਦਾ ਨੂੰ ਧਰਮ ਮੰਨ ਲਿਆ, ਮਨਮੱਤਾ ਨੂੰ ਧਰਮ ਮੰਨ ਲਿਆ। ਮਨਮੱਤਾ ਤਾਂ ਅਪਰਾਧ ਨੇ। ਹਾਂ, ਲੱਗਦਾ ਲੋਕਾਂ ਨੂੰ ਪਾਇਆ ਹੋਇਆ ਹੈ ਇਹ ਧਰਮ। ਜੋ ਮੱਤ ਫਸਾਉਣ ਵਾਲੀ ਹੈ, ਸੰਸਾਰ 'ਚ ਫਸਾ ਕੇ ਰੱਖਣ ਵਾਲੀ ਹੈ, ਉਹ ਧਰਮ ਕਿਵੇਂ ਹੋ ਸਕਦਾ? ਉਹ ਤਾਂ ਫਸਾ ਕੇ ਰੱਖਣ ਵਾਲੀ ਹੈ। ਜਿੰਨੀਆਂ ਵਿਧੀਆਂ ਨੇ ਸਾਰੀਆਂ ਫਸਾਉਣ ਵਾਲੀਆਂ ਨੇ। ਫਾਂਸਨ ਕੀ ਵਿਧੀ ਸਭ ਕੋ ਜਾਣਾ। ਸਾਰੇ ਪੰਡਤ ਜਾਣਦੇ ਤੇ ਫਸਾਉਣ ਵਾਲੀ ਵਿਧੀ, ਸਾਰੇ ਜਾਣਦੇ ਨੇ ਫਸਾਉਣ ਵਾਲੀ ਵਿਧੀ ਦਾ ਕੀ ਹੈ। ਡੁਬੋਣਾ ਸਾਰੇ ਜਾਣਦੇ ਨੇ, ਤਾਰੂ ਬਣਾਉਣਾ, ਤਰਾ ਦੇਣਾ ਉਹੀ ਜਾਣਦਾ ਜਿਹੜਾ ਆਪ ਤੈਰਾਕ ਹੋਵੇ। ਜਿਹੜਾ ਤਰਨ ਜਾਣਦਾ ਹੋਵੇ, ਤਰਨਾ ਉਹ ਦੱਸ ਸਕਦਾ। ਤੇ ਡੁਬੋਣ ਵਾਲੇ ਤਾਂ ਸਾਰੇ ਹੀ ਨੇ, ਡੁਬੋਣ ਨੂੰ ਤਾਂ ਕੋਈ ਡੁਬੋ ਦੋ। ਫਾਂਸਨ ਕੀ ਵਿਧੀ ਸਭ ਕੋ ਜਾਣੇ, ਛੁੱਟਣ ਕੀ ਇੱਕ। ਪਹਿਲੀ ਗੱਲ ਤਾਂ ਛੁੱਟਣ ਦੀ ਵਿਧੀ ਹੋ ਇੱਕ। ਜਿਹੜੇ ਕਹਿੰਦੇ ਨੇ ਛੁੱਟਣ ਦੀਆਂ ਵਿਧੀਆਂ ਜ਼ਿਆਦਾ ਨੇ, ਉਹ ਫਸਾਉਣ ਵਾਲੀਆਂ ਵਿਧੀਆਂ ਹੀ ਜਾਣਦੇ ਨੇ, ਛੁੱਟਣ ਵਾਲੀ ਜਾਣਦੇ ਨਹੀਂ। ਜਿਹੜੇ ਜ਼ਿਆਦਾ ਵਿਧੀਆਂ ਮੰਨਦੇ ਨੇ ਨਾ ਛੁੱਟਣ ਵਾਲੀਆਂ, ਉਹ ਸਾਰੀਆਂ ਹੀ ਫਸਾਉਣ ਵਾਲੀਆਂ ਵਿਧੀਆਂ ਨੂੰ ਛੁੱਟਣ ਵਾਲੀਆਂ ਵਿਧੀਆਂ ਮੰਨਦੇ ਨੇ। ਛੁੱਟਣ ਵਾਲੀ ਦੀ ਵਿਧੀ ਦੀ ਉਹਨਾਂ ਨੂੰ ਸੋਝੀ ਨਹੀਂ ਹੈ। ਜਿੱਦਣ ਛੁੱਟਣ ਵਾਲੀ ਵਿਧੀ ਦੀ ਸੋਝੀ ਹੋ ਗਈ, ਉਦੋਂ ਉਹ ਇਹ ਗੱਲ ਮੰਨਣਗੇ ਫਾਂਸਨ ਕੀ ਵਿਧੀ ਸਭ ਕੋ ਜਾਣਾ, ਛੁੱਟਣ ਕੀ ਇੱਕ। ਛੁੱਟਣ ਦੀ ਵਿਧੀ ਇੱਕ ਹੈ, ਔਰ ਉਹਨੂੰ ਜਾਣਦਾ ਕੋਈ। ਛੁੱਟਣ ਕੀ ਵਿਧ, ਛੁੱਟਣ ਕੀ ਇੱਕ ਕੋਈ, ਉਹਨੂੰ ਜਾਣਦਾ ਹੀ ਕੋਈ ਹੈ। ਉਹ ਕੋਈਆਂ ਦੇ ਵਿੱਚੋਂ ਨਹੀਂ ਹਨ ਸਾਰੇ। ਇਹ ਕੋਈਆਂ 'ਚੋਂ ਤਾਂ ਕੋਈ ਬਿਰਲੇ ਹੁੰਦੇ ਨੇ। ਉਹ ਕੋਈਆਂ ਚੋਂ ਵਿਸ਼ਿੰਦਰਨਾਥ ਹੈ। ਬਾਕੀ ਜਿੰਨੇ ਪਹਿਲੇ ਗੁਰੂ ਮਿਲੇ ਨੇ, ਕਿਸੇ ਨੇ ਨਹੀਂ ਕਿਹਾ ਵੀ ਤੂੰ ਗਲਤ ਰਸਤੇ ਜਾ ਰਿਹਾ।
ਜੰਗ ਕਰ ਰਿਹਾ ਸੀ, ਰਾਜਾ ਨੂੰ ਜਿੱਤ ਰਿਹਾ ਸੀ, ਯੱਗ ਕਰ, ਸਾਰੇ ਕਹਿੰਦੇ ਤੇ ਠੀਕ ਹੈ, ਤੂੰ ਠੀਕ ਹੈ ਕਹਿੰਦੇ ਸੀ, ਕਿਸੇ ਨੇ ਨਹੀਂ ਕਿਹਾ ਵੀ ਗਲਤ ਕੰਮ ਹੈ। ਹਾਂ, ਸਦਾ ਜਾਪ ਕਰਤਾ ਸਭੈ ਸਿੰਧ ਹਰਤਾ। ਇੱਕ ਤਾਂ ਸਦਾ ਜਾਪ ਕਰਨ ਵਾਲਾ ਵਿੱਚ, ਸਦਾ ਜਾਪ ਕਰਨਾ ਜਾਇਜ਼ ਨਹੀਂ ਹੈ, ਜਾਪ ਨਹੀਂ ਸਦਾ ਕਰਨਾ, ਸਿਮਰਨ ਕਰਨਾ ਸਦਾ। ਜਾਪ ਤਾਂ ਲਿਮਟਿਡ ਹੈ, ਜਾਪ ਤਾਂ ਉਹਨਾਂ ਚਿਰ ਕਰਨਾ ਜਿੰਨਾ ਚਿਰ ਜਪਣਾ, ਉਹਨਾਂ ਚਿਰ ਜਿੰਨਾ ਚਿਰ ਮਨ ਟਿਕਦਾ ਨਹੀਂ ਹੈ। ਜੇ ਮਨ ਟਿਕ ਗਿਆ ਫਿਰ ਸਿਮਰਨਾ। ਜਪਣਾ ਤਾਂ ਕਿੰਨਾ ਗੁਰਬਾਣੀਓ ਜਪਣੀ ਹੈ, ਉਹ ਤੋਂ ਬਾਅਦ ਕੀ ਹੈ, ਉਹ ਤੋਂ ਬਾਅਦ ਸਿਮਰਨ, ਸਿਮਰਨ ਉਹ ਤੋਂ ਬਾਅਦ ਧਿਆਨ, ਸਿਮਰਨ ਧਿਆਨ ਹੈ। ਫਿਰ ਧਿਆਨ ਹੈ, ਧਿਆਨ ਵਿੱਚ ਜਾਣਿਆ, ਧਿਆਨ ਦੇ ਵਿੱਚੋਂ ਜਾਣਿਆ ਫਿਰ ਜੋ ਕੁਝ ਜਾਣਿਆ। ਫਿਰ ਜਪ ਚੋਂ, ਪਹਿਲਾਂ ਜਪ ਚੋਂ ਜਾਣਿਆ, ਗੁਰਬਾਣੀ ਨੂੰ ਜਪ ਕੇ ਜਾਣਿਆ। ਅਗਲਾ ਗਿਆਨ ਧਿਆਨ ਵਿੱਚੋਂ ਹੀ ਹੈ। ਜਪ ਚੋਂ ਗਿਆਨ ਤਾਂ ਦੇਖੋ, ਪਹਿਲਾਂ ਅੱਗ ਅਸੀਂ ਲਾਉਂਦੇ ਹਾਂ ਛੋਟੇ ਛੋਟੇ ਡੱਕਿਆਂ ਨੂੰ, ਕਿਸੇ ਚੀਜ਼ ਨੂੰ, ਵੱਡੀ ਲੱਕੜ ਨੂੰ ਅੱਗ ਲੱਗਦੀ ਹੈ, ਫਿਰ ਤਾਂ ਉਹਦੇ ਵਿੱਚੋਂ ਅੱਗ ਨਿਕਲਦੀ ਹੈ। ਫਿਰ ਹੋਰ ਥੋੜ੍ਹੀ ਛੋਟੇ ਛੋਟੇ ਡੱਕੇ ਪਾਈ ਦੇ ਨੇ, ਉੱਤੇ ਪੱਤੇ ਪਾਈ ਦੇ ਨੇ, ਜਾਂ ਵੱਡੀਆਂ ਲੱਕੜਾਂ ਨੂੰ ਅੱਗ ਪੈ ਜਾਂਦੀ ਹੈ, ਜਾਂ ਉਸ ਲੱਕੜ ਨੂੰ ਅੱਗ ਪੈ ਜਾਂਦੀ ਹੈ ਆਪ ਨੂੰ, ਤੇ ਫਿਰ ਛੋਟੇ ਢੱਕਿਆਂ ਦੀ ਕੀ ਲੋੜ ਹੈ। ਇਹ ਜਪ ਗੁਰਬਾਣੀ ਦਾ ਤਾਂ ਉੱਥੇ ਤੱਕ ਹੈ ਜਿੱਥੇ ਤੱਕ ਅੰਦਰੋਂ ਅੱਗ ਨਹੀਂ ਨਿਕਲਦੀ ਆਪਣੀ। ਗੁਰ ਗਿਆਨ ਘੱਟ ਵੜਦਾ ਨਹੀਂ ਜਿੰਨਾ ਚਿਰ, ਉਹਨਾਂ ਚਿਰ ਲੋੜ ਹੈ। ਜਿੰਨਾ ਚਿਰ ਮਨ ਟਿਕਦਾ ਨਹੀਂ, ਇੱਕ ਨਹੀਂ ਹੋ ਜਾਂਦਾ। ਸਿਰਫ ਇੱਕ ਕਰਨ ਵਾਸਤੇ ਲੋੜ ਹੈ। ਇੱਕ ਦੇ ਬਾਅਦ ਫਿਰ ਜਦ ਮਨ ਟਿਕ ਜਾਂਦਾ ਫਿਰ ਧਿਆਨ ਹੋ ਜਾਂਦਾ, ਫਿਰ ਸਿਮਰਨ ਹੋ ਜਾਂਦਾ। ਧਿਆਨ ਮੈਂ ਜਾਣਿਆ ਕਿ ਧੁਨ ਮੈਂ ਧਿਆਨ ਮੈਂ ਜਾਣਿਆ। ਆ ਜਿਹੜੀ ਗੁਰਬਾਣੀ ਲਿਖੀ ਹੈ ਉਹਨਾਂ ਨੇ ਫਿਰ ਇਹ ਜਪ ਕੇ ਲਿਖੀ ਹੈ। ਜਪ ਕੇ ਤਾਂ ਲਿਖਣ ਦੇ ਕਾਬਲ ਬਣੇ ਨੇ। ਉਹ ਜਿਹੜਾ ਬਿਨਾਂ ਕੰਨਾਂ ਤੇ ਸੁਣਨ ਵਾਲਾ ਨਾਮ ਹੈ ਉਹਦੇ ਨਾਲ ਜੋੜਨ ਵਾਸਤੇ ਜਪਣਾ। ਲੱਜ ਫਰਾਉਣੇ ਖੂਹ ਦੇ ਵਿੱਚ, ਕਿੰਨੀ ਫਰਾਉਣੇ, ਜਦ ਤੱਕ ਬਾਲਟੀ ਪਾਣੀ ਨੂੰ ਨਾ ਲੱਗ ਜਾਵੇ ਉੱਥੇ ਤੱਕ ਫਰਾਈ ਦੀ ਹੈ। ਪਾਣੀ ਲੱਗ ਜਾਵੇ, ਬਾਲਟੀ ਭਰੀ ਜਾਵੇ, ਪਿੱਛੇ ਖਿੱਚ ਲਈ ਦੀ ਹੈ। ਫਿਰ ਤਾਂ ਕੱਢੀ ਜਾਣਾ। ਲੱਜ ਤਾਂ ਉਨੀ ਚਾਹੀਦੀ ਹੈ ਜਿੰਨੀ ਮਰਜ਼ੀ ਪਾਣੀ ਕੱਢੀ ਜਾ। ਲੱਜ ਉਨੀ ਚਾਹੀਦੀ ਹੈ ਜਿੱਥੇ ਤੱਕ ਪਾਣੀ ਤੱਕ ਚਲੀ ਜਾਵੇ। ਫਿਰ ਜਿੰਨੀਆਂ ਮਰਜ਼ੀ ਬਾਲਟੀਆਂ ਕੱਢੀ ਜਾ ਉੱਥੋਂ। ਇਹ ਤਾਂ ਉੱਥੇ ਤੱਕ ਪਹੁੰਚਾਉਣਾ ਹੈ ਜਿੱਥੇ ਨਾਨਕ ਤੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਸ ਗਹਿਰਾਈ ਤੱਕ ਜਾਣ ਵਾਲੀ ਇਹ ਲੱਜ ਹੈ ਜਿਹੜੀ ਬਾਹਰੋਂ ਮਿਲੀ ਹੈ ਸਾਨੂੰ। ਗੁਰਬਾਣੀ ਦਾ ਗਿਆਨ, ਗੁਰਬਾਣੀ ਵਾਲਾ ਗਿਆਨ ਹੈ। ਇਹ ਤਾਂ ਤਾਰ ਹੈ, ਲਿਵਤਾਰ। ਉੱਥੇ ਪਹੁੰਚਣ ਤੱਕ ਦੀ ਹੈ ਡੋਰ। ਗੁਰਮੁਖੀ ਗਿਆਨ ਡੋਰੀ, ਇਹ ਗਿਆਨ ਡੋਰੀ ਹੈ। ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਨ ਜਾਈਏ। ਇਹ ਤਾਂ ਜੋੜਨ ਵਾਲੀ ਡੋਰੀ ਹੈ ਉੱਥੇ ਤੱਕ। ਜੋੜਨ ਤੇ ਬੜੀ ਕੀ ਗੱਲ ਨਹੀਂ। ਫਿਰ ਡੋਰੀ ਪਤਾ ਜੋ ਨਹੀਂ ਚਾਹੀਦੀ ਹੈ ਜਦ ਤੱਕ ਪਾਣੀ ਦੇ ਪਹੁੰਚ ਗਈ। ਪਾਣੀ ਤੇ ਪਹੁੰਚ ਗਈ ਜਦੋਂ ਮਰਜ਼ੀ ਕੱਢੀ ਜਾਓ ਉੱਥੋਂ। ਪਾਈਪ ਉੱਥੇ ਤੱਕ ਲੈ ਕੇ ਜਾਂਦੇ ਥੱਲੇ ਆਪਾਂ, ਜਿੱਥੇ ਪਾਣੀ ਹੁੰਦਾ 2-4 ਫੁੱਟ ਪਾਣੀ ਦੇ ਵਿੱਚ ਹੋਰ ਚਲਾ ਗਿਆ। ਹਾਂਜੀ, ਸਦਾ ਜਾਪ ਕਰਤਾ ਸਭੈ ਸਿੰਧ ਹਰਤਾ। ਸਦਾ ਜਾਪ ਕਰਤਾ, ਸਦਾ ਸਿੱਧ ਨਹੀਂ ਹੈਗਾ, ਸਿੱਧ ਹੈ। ਸਭੈ ਸਿੱਧ ਹਰਤਾ। ਆਹੋ, ਜਿਹੜਾ ਸਦਾ ਜਾਪ ਕਰਦਾ ਉਹ ਹਰ ਪ੍ਰਕਾਰ ਦੀ ਬੁੱਧੀ ਨੂੰ ਨਾਸ ਕਰਦਾ। ਸਦਾ ਜਾਪ ਕਰਤਾ ਸਭੈ ਸਿੱਧ ਹਰਤਾ। ਆਹੋ, ਜਿਹੜਾ ਸਾਰੀ ਉਮਰ ਜਾਪ ਕਰੂ, ਮਾਲਾ ਫੜ ਕੇ ਉਹ ਬੁੱਧੀ ਦਾ ਨਾਸ ਕਰੂਗਾ। ਆ ਇਹ ਗੱਲ ਸਿੱਧ ਤਾਂ ਲਿਖਿਆ ਨੇ, ਇਹਨੇ ਕਹਾ ਵੀ ਦੂਏ ਪਾਸੇ ਨੂੰ ਲੈ ਜਾਂਦੀ ਹੈ ਗੱਲ। ਇੱਥੇ ਉਹਦੀ ਮਾਲਾ ਜਾਂਦੀ ਹੈ, ਟਿੱਪੀ ਤਾਂ ਲਾਈ ਹੈ। ਆਹੋ, ਟਿੱਪੀ ਤਾਂ ਲਾਈ ਹੈ ਉਹਨੂੰ। ਨਾਸ ਕਰੂਗਾ, ਸੰਤ ਕੋ ਜਾਏਗਾ, ਨਾਸ ਕਰੂ ਤੇਰੀ ਬੁੱਧੀ ਦਾ। ਸਮੁੰਦਰ ਅਰਥ ਕਰ ਗਿਆ। ਸਮੁੰਦਰ ਕਿਵੇਂ ਸਿਖਾ ਦੇਣਗੇ? ਸਮੁੰਦਰ ਆਪਾਂ ਨੇ ਸਮੁੰਦਰ ਸਿਖਾਤਾ, ਸਾਰੇ ਅੰਦਰ ਅੰਦਰ ਲੜਾਈ ਹੈ। ਸਮੁੰਦਰ ਤਾਂ ਪੈਦਾ ਕਰਦੇ ਨੇ, ਸੰਸਾਰ ਸਮੁੰਦਰ ਪੈਦਾ ਨਹੀਂ ਕਰਦਾ ਗਿਆਨ ਦੇ। ਸੰਸਾਰੀ ਬੁੱਧੀ ਉਹ ਪੈਦਾ ਕਰਦੀ ਹੈ, ਬਾਕੀ ਸਮੁੰਦਰ ਦਾ ਗਿਆਨ ਦੇ ਇੱਕੋ ਹੀ ਆਉਂਦਾ। ਉੱਤੋਂ ਤਾਂ ਸਾਗਰ ਆਉਂਦਾ। ਸਦਾ ਜਾਪ ਕਰਤਾ ਇਕੱਠਣਾ ਸੀ, ਉਹ ਇਕੱਠਿਆ ਨਹੀਂ। ਹਾਂ, ਇਹ ਉਹਨੂੰ ਇਸ ਗੱਲ ਦੀ ਸਮਝ ਨਹੀਂ।
ਯਾ ਸਮਝ ਨਹੀਂ ਹੈ ਵੀ ਸਿੱਧਹਰਤਾ ਨਹੀਂ ਹੋ ਸਕਦਾ, ਸਿੱਧਹਰਤਾ ਹੋ ਸਕਦਾ। ਸਦਾ ਜਾਪ ਕਰਤਾ ਸਭੈ ਸਿੱਧ ਹਰਤਾ। ਚਲੋ ਸਿੱਧਹਰਤਾ ਵੀ ਫਿਰ ਕੀ ਹੈ? ਸਿੱਧਹਰਤਾ ਹੋਊਗਾ ਸੰਸਾਰੀ ਗਿਆਨ ਦਾ ਨਾਸ਼ ਕਰਨਾ, ਇਹ ਹੋਊਗਾ ਨਾ। ਸੰਸਾਰੀ ਗਿਆਨ ਤਾਂ ਸੰਸਾਰੀ ਬੁੱਧੀ ਪੈਦਾ ਕਰਦੀ ਹੈ। ਇਹ ਕਿਵੇਂ ਕੀ ਲਿਖਦਾ ਇਹਨੇ? ਇਹ ਲਿਖਦਾ ਜੀ ਵੀ ਪਤ ਸਦਾ ਨਾਮ ਜਪਣ ਵਾਲੇ ਅਤੇ ਸਮੁੰਦਰ ਤੱਕ ਨੂੰ ਨਾਸ਼ ਕਰ ਦੇਣ ਵਾਲੇ ਹਨ। ਕਿਹਨੇ ਕੀਤਾ ਸਮੁੰਦਰ ਨੂੰ ਨਾਸ਼? ਤੂੰ ਕਰਕੇ ਦਿਖਾ ਕੇ, ਜਾਂ ਇੱਥੇ ਕੋਈ ਸਦਾ ਜਾਪ ਕਰਨ ਨਾਲ ਕਰਕੇ ਦਿਖਾਵੇ ਸਮੁੰਦਰ ਦਾ ਨਾਸ਼ ਕਰ ਦੇਣਗੇ। ਗੜਬੀਏ ਪਾਣੀ ਬਾਹਰ ਕੱਢ ਹਾਂ ਸਦਾ ਜਾਪ ਕਰਤਾ ਸਭੈ ਸਿੱਧ ਹਰਤਾ। ਸਭਾ ਸਿੱਧਹਰਤਾ ਹਰ ਪ੍ਰਕਾਰ ਦੀ ਬੁੱਧੀ ਦਾ ਨਾਸ਼ ਕਰਨ ਵਾਲੇ ਨੇ। ਉਹ ਸਾਰਿਆਂ ਨੂੰ ਚੇਲੇ ਬਣਾ ਲੈਂਦੇ ਨੇ, ਬਣਾਏ ਨੇ ਨਾ ਸਾਧਾ ਨੇ ਸਾਰੇ ਚੇਲੇ, ਸਾਰਿਆਂ ਦੀ ਮੱਤ ਮਾਰਨ ਵਾਲੇ ਨੇ ਉਹ ਸਦਾ ਜਾਪ ਕਰਨ ਵਾਲੇ। ਕੋਈ ਵੀਡੀਓ ਆ ਜਾਵੇ, ਕੋਈ ਐਸਡੀਐਮ ਆ ਜਾਵੇ, ਕੋਈ ਫੌਜੀ ਆ ਜਾਵੇ, ਕੋਈ ਡਾਕਟਰ ਆ ਜਾਵੇ, ਸਾਰਿਆਂ ਨੂੰ ਮੱਥਾ ਟਿਕਾ ਲੈਂਦੇ ਨੇ ਉਹ ਬੁੱਧੀ ਦਾ ਨਾਸ਼ ਕਰਕੇ। ਆਹ ਗੱਲ ਸੀ। ਹੋਰ ਹੈ ਗੱਲ ਹੈ, ਬਾਹਮਣ ਗੁਰੂ ਹੈ ਜਗਤ ਕਾ, ਜਗਤ ਦੇ ਸਾਰੇ ਸਮੁੰਦਰ ਹੁੰਦੇ ਨੇ, ਸਾਰਿਆਂ ਦੀ ਬੁੱਧੀ ਦਾ ਨਾਸ਼ ਕਰਕੇ ਆਪਣਾ ਚੇਲਾ ਬਣਾ ਲੈਂਦਾ। ਉੱਪਰ ਲਿਖਿਆ ਤੂੰ ਸਾਰੀਆਂ ਸਿੱਧੀਆਂ ਦਾ ਮਾਲਕ ਹੈ। ਸਦਾ ਸਿੱਧ ਸਾਜਨ। ਸਦਾ ਸਿੱਧ ਸਾਜਨ। ਉੱਤੇ ਲਿਖਿਆ ਸਿੱਧ ਹਰਤਾ। ਇਹ ਸਿੱਧ ਹਰਤਾ ਨੇ, ਤੂੰ ਸਿੱਧ ਕਰਤਾ ਹੈ। ਸਿੱਧ ਸਾਜਨ ਹੈ। ਹਾਂ ਤੂੰ ਸਿੱਧ ਸਾਜਨ ਹੈ, ਇਹ ਸਿੱਧ ਹਰਤਾ ਨੇ। ਇੱਥੇ ਸਿੱਧ ਕਾਹਦੇ ਆ ਗਏ, ਉੱਥੇ ਸਿੱਧ ਕਾਹਦੇ ਨਹੀਂ ਕੀਤਾ? ਉੱਥੇ ਅੱਧਕ ਲਾ ਗਿਆ, ਇੱਥੇ ਟਿੱਪੀ ਲਾ ਗਿਆ। ਆਹੋ ਤੁਹਾਨੂੰ ਨਹੀਂ ਪਤਾ ਨਾ ਚੋਰਾਂ ਦਾ। ਤਾਂ ਹੀ ਦੁਬਾਰਾ ਕੀਤਾ ਅੱਜ ਮੈਂ ਸ਼ੁਰੂ। ਮੈਂ ਕਿਹਾ ਕੱਲ ਦਾ ਹੋਰ ਪਾਸੇ ਚਲੀ ਗਈ ਨਾ ਗੱਲ, ਆਪਣੀ ਗਰਮ ਹੀ ਚਲੀ ਗਈ। ਕੱਲ ਕਰਦਾ ਤੇ ਗੁੱਸਾ ਆ ਗਿਆ ਨਾ। ਹਾਂ ਇਹ ਕਰਦਾ ਕੀ ਨੇ? ਅਰੀਲੇ ਅਰਾਰੇ ਹਠੀਲੇ ਜੁਝਾਰੇ। ਅਰੀਲੇ ਅੜੀਲੇ ਦੋਏ, ਬੰਦਾ ਦੋਹਾਂ ਚ ਕੋਈ ਵੀ ਨਹੀਂ। ਅਰਾਰੇ ਅਰਾਰੇ ਨੇ ਦੁਸ਼ਮਣ ਨੂੰ ਦੁਸ਼ਮਣੇ ਮੰਨਣ ਵਾਲੇ ਨੇ, ਦੁਸ਼ਮਣ ਨੂੰ ਦੋਸਤ ਮੰਨਣ ਵਾਲੇ ਨਹੀਂ ਹਨ। ਦੇਖੋ ਨਾ ਗੁਰਮੁਖਤਾ ਦੁਸ਼ਮਣ ਨੂੰ ਦੋਸਤ ਮੰਨਦਾ। ਉਹ ਜਿਹੜਾ ਸਿੱਧ ਕਰਤਾ ਹੈ ਉਹ ਦੁਸ਼ਮਣ ਨੂੰ ਦੋਸਤ ਮੰਨਦਾ। ਇਹ ਦੁਸ਼ਮਣ ਨੂੰ ਦੁਸ਼ਮਣ ਮੰਨਦੇ ਨੇ, ਤਾਂ ਕਰਕੇ ਬੁੱਧੀ ਦਾ ਨਾਸ਼ ਕਰਨ ਵਾਲੇ ਨੇ। ਜਿਹਦਾ ਕੋਈ ਮਿੱਤਰ ਅਰ ਦੁਸ਼ਟ ਅੱਡ ਅੱਡ ਨੇ, ਜਿਹਦੇ ਵਾਸਤੇ ਉਹ ਬੁੱਧੀ ਦਾ ਨਾਸ਼ ਕਰਨ ਵਾਲਾ ਹੁੰਦਾ। ਜੇ ਦੁਸ਼ਟ ਔਰ ਮਿੱਤਰ ਨੂੰ ਬਰਾਬਰ ਮੰਨੇ, ਉਹ ਬੁੱਧ ਦਾ ਪ੍ਰਕਾਸ਼ ਕਰਨ ਵਾਲਾ ਹੁੰਦਾ। ਗੱਲ ਆ ਹੈ। ਉਹਦੇ ਗੁਣ ਦੱਸੇ ਨੇ, ਇਹਨਾਂ ਚ ਐ ਗੁਣ ਨੇ, ਜੇ ਐ ਗੁਣ ਨੇ ਤਾਂ ਉਹ ਐ ਕਰਦੇ ਹੁੰਦੇ। ਅਰੀਲੇ ਅਰਾਰੇ ਹਠੀਲੇ ਜੁਝਾਰੇ। ਹਾਂ ਅਰੀਲੇ ਨੇ, ਅੜੀਅਲ ਨੇ, ਅਰਾਰੇ ਨੇ, ਦੁਸ਼ਮਣ ਨੇ, ਆਪਸ ਵਿੱਚ ਦੁਆਰ ਭਾਵਨਾ ਰੱਖਣ ਵਾਲੇ ਨੇ। ਕਟੀਲੇ ਕਰੂਰੰ। ਕਟੀਲੇ ਨੇ, ਕਰੂਰੰ ਕਟੀਲੇ ਨੇ, ਸਭ ਨੂੰ ਉੱਤੋਂ ਕੱਟ ਦੇਣਾ ਸਿਰ। ਜਦ ਆਪਾਂ ਕਿਸੇ ਪੇੜ ਦਾ ਸਿਰੇ ਕੱਟਦਾ, ਗਾਹ ਨੂੰ ਉੱਤੇ ਨੂੰ ਕਿਵੇਂ ਵਧੂਗਾ? ਕਪਟ ਦੇਣਾ। ਕੱਟਣੇ ਜਾਣਦੇ ਨੇ ਉਹ, ਪਾਣੀ ਪਾ ਕੇ ਵਧਾਉਣ ਨਹੀਂ ਜਾਣਦੇ। ਕਟੀਲੇ ਕਰੂਰ ਨੇ, ਦਿਆਲੂ ਨਹੀਂ ਹਨ, ਨਿਰਦਈ ਨੇ। ਦਇਆ ਨਹੀਂ, ਸੁਪਨਾ ਚ ਵੀ ਦਇਆ ਨਹੀਂ ਹੈ ਇਹਨਾਂ ਨੂੰ। ਦਇਆ ਸੁਪਨੇ ਵੀ ਨਹੀਂ, ਦਇਆ ਸੁਪਨੇ ਚ ਵੀ ਨਹੀਂ ਹੈ ਇਹਨਾਂ ਦੇ ਅੰਦਰ। ਇਹ ਐ ਰੌਲਾ ਹੀ ਪਾਉਂਦੇ ਨੇ ਵੀ ਜਿਹੜੇ ਮਾਂਸ ਖਾਣੇ ਵਾਲੇ ਨੇ ਉਹਨਾਂ ਚ ਦਇਆ ਦੀ, ਦਇਆ ਇਹਨਾਂ ਚ ਨਹੀਂ ਹੈ। ਕਰੂਰ ਨੇ। ਕਰੇ ਛਤਰ ਚੂਰਨ। ਕਰੇ ਸੱਤਰ ਚੂਰਨ, 17 ਨੂੰ ਜਿਹੜਾ ਮਾਰਨ ਦੀ ਇੱਛਾ ਰੱਖਦੇ ਨੇ। ਆਹ 17 ਨੂੰ ਚੂਰਨ ਕਰਨ ਦੀ ਇੱਛਾ ਹੈ ਇਹਨਾਂ ਦੇ ਵਿੱਚ। ਛਤਰੀਆਂ ਨੂੰ 1.25 ਲੱਖ ਛਤਰੀਆਂ ਨੂੰ ਮਰਾਉਣ ਨਹੀਂ ਸੀ ਲੱਗੇ। 1.25 ਲੱਖ ਛਤਰੀ ਜਿਹੜਾ ਸੀ ਰਾਜਾ, ਉਹਦਾ ਰਾਜ ਸੂਜਾ ਕਰਾਉਣ ਲੱਗੇ ਤੇ। ਹਾਂ ਛਤਰੀਆਂ ਨੂੰ ਇਹ ਛਤਰੂ ਮੰਨਦੇ ਨੇ ਕਿ ਪਾਵਣ ਦਾ ਰਾਜ ਸੀ ਪਹਿਲਾਂ, ਛਤਰੀਆਂ ਨੇ ਖੋਹ ਲਿਆ। ਰਾਮਚੰਦਰ ਨੇ ਖੋਇਆ ਨਹੀਂ ਰਾਜ ਰਾਵਣ ਦਾ। ਪਹਿਲਾਂ ਬ੍ਰਾਹਮਣ ਦਾ ਹੀ ਰਾਜ ਹੁੰਦਾ ਸੀ, ਛਤਰੀ ਦਾ ਰਾਜ ਨਹੀਂ ਸੀ ਹੁੰਦਾ ਪਹਿਲਾਂ। ਪੁਰੋਹਿਤ ਲਫ਼ਜ਼ ਹੈ ਜਿਹੜਾ ਬ੍ਰਾਹਮਣ ਵਾਸਤੇ ਹੈ। ਪੁਰੋਹਿਤ ਦਾ ਮਤਲਬ ਰਾਜਾ ਹੁੰਦਾ। ਹਾਂ ਪੁਰੋਹਿਤ ਦੂਸਰੇ ਦੇ ਹਿੱਤ
ਸੋਚਣ ਵਾਲਾ। ਪਰ ਉਹ ਇਹ ਲਫ਼ਜ਼ ਰਾਜੇ ਦੇ ਪਰਥਾਇਆ ਹੈ। ਤੇਰਾ ਜੋਰ ਚੌਪਈ ਜੋਇਨ ਜੀਤ ਸਕੋ ਨਹਿ ਭਾਈ ਤੋ ਮੈਂ ਜਰੋਂ ਚਿਤਾਹੇ ਜਰਾਈ। ਆਪਣੇ ਮਨ 'ਚ ਸੋਚਦਾ ਵੀ ਜੇ ਹੁਣ ਮੈਂ ਤਾਂ ਜਿੱਤ ਨਹੀਂ ਹੋਇਆ ਤਾਂ ਮੈਨੂੰ ਚਿਤਾ ਜਲਾ ਕੇ ਮਰ ਜਾਣਾ ਚਾਹੀਦਾ। ਵੀ ਹੁਣ ਕਿਹਾ ਤਾਂ ਹੈ ਨਾ, ਮੈਂ ਪੁੱਛਿਆ ਵੀ ਮੇਰੇ ਤੋਂ ਦੱਸ ਕਿਹੜਾ ਨਹੀਂ ਜਿੱਤ ਹੋਇਆ, ਜਾਂ ਤਾਂ ਹੁਣ ਮੈਂ ਜਿੱਤਾਂ ਤੇ ਨਹੀਂ ਤਾਂ ਜਿਹੜੇ ਜਿੱਤੇ ਨੇ ਛੱਡਦਾ ਫਿਰ ਡੁੱਬ ਕੇ ਮਰਨ ਵਾਲੀ ਗੱਲ ਹੈ। ਫਿਰ ਹੋਰ ਕੀ ਵੀ ਮੈਂ ਹੁਣ ਆ ਤਾਂ ਜਿੱਤਾਂ ਇਹਨਾਂ ਨੂੰ, ਜੇ ਹੁਣ ਨਹੀਂ ਜਿੱਤ ਹੁੰਦੇ ਫਿਰ ਕੀ ਕਰਨਾ ਚਾਹੀਦਾ ਮੈਨੂੰ? ਫਿਰ ਚੇਤਾ ਜਲਾ ਕੇ ਆਪੇ ਮਰ ਜਾਣਾ ਚਾਹੀਦਾ। ਅਰਜਨ ਨੇ ਕਿਹਾ ਸੀ ਨਾ ਵੀ ਸ਼ਾਮ ਤੱਕ ਜੇ ਮੈਂ ਨਾ ਮਾਰ ਸਕਿਆ ਜੈਦਰਥ ਨੂੰ, ਜਿਹਨੇ ਉਹ ਨਹੀਂ ਮਾਰਿਆ ਸੀ, ਵੀ ਸੂਰਜ ਡੁੱਬਣ ਤੇ ਪਹਿਲਾਂ ਪਹਿਲਾਂ ਜੇ ਮੈਂ ਨਾ ਮਾਰਿਆ ਤਾਂ ਮੈਂ ਆਪ ਚੇਤਾ ਜਲਾ ਕੇ ਮਰ ਜਾਣਾ। ਉਹੀ ਗੱਲ ਲਿਖੀ ਹੈ, ਉਹੀ ਗੱਲ ਵੀ ਚੇਤਾ ਜਲਾ ਕੇ ਮਰ ਜੂਗਾ, ਜਾਂ ਤਾਂ ਉਹਨੂੰ ਮਾਰੂੰਗਾ ਜਾਂ ਮੈਂ ਮਰੂੰਗਾ ਸ਼ਾਮ ਤੱਕ। ਉਹ ਕ੍ਰਿਸ਼ਨ ਨੇ ਕਿਹਾ ਇਹ ਨਾ ਕਰ ਤੂੰ। ਉਹ ਕਹਿੰਦਾ ਹੁਣ ਤਾਂ ਮੇਰੇ ਮੂੰਹ ਤੇ ਨਿਕਲ ਗਿਆ, ਹੁਣ ਤਾਂ ਪ੍ਰਤਿਗਿਆ ਹੋ ਗਈ। ਫਿਰ ਉਹ ਚਲੋ ਹੇਰਾ ਫੇਰੀ ਕਰਨੀ ਪਈ ਕ੍ਰਿਸ਼ਨ ਨੂੰ, ਉਹਨੇ ਕਰ ਲਈ। ਹਾਂਜੀ, ਮੈਂ ਇਨ ਕੋ ਮੁਨੀ ਜੀਤ ਨਾ ਸਾਕਾ। ਮੁਨੀ ਮੈਂ ਨਹੀਂ ਜਿੱਤ ਸਕਿਆ ਇਹਨਾਂ ਨੂੰ। ਹੁਣ ਤਾਂ ਮੈਨੂੰ ਪਤਾ ਹੀ ਨਹੀਂ ਸੀ ਜਿੱਤਣਾ ਕੀ ਸੀ। ਹਾਂਜੀ, ਅਬ ਮੁਰਬਲ ਪੌਰਕ ਸਭ ਥਾਕਾ। ਹੁਣ ਮੈਨੂੰ ਪਤਾ ਲੱਗਿਆ ਜਦ ਮੇਰੇ ਨਾਲ ਮੇਰਾ ਹੌਸਲਾ ਰਿਹਾ ਹੁਣ ਮੇਰੇ 'ਚ ਨਾ ਮੇਰੇ 'ਚ ਦੀ ਸ਼ਕਤੀ ਹੈ, ਬੁੱਧੀ ਹੈ। ਉਹ ਬੁੱਧੀ ਤਾਂ ਮੇਰੇ ਕੋਲ ਹੈ ਨਹੀਂ ਜਿਹੜੀ ਤੇਰੇ ਕੋਲ ਹੈ ਨਾ। ਮੇਰਾ ਹੁਣ ਤੇ ਮੇਰਾ ਤਾਂ ਹੌਸਲਾ ਢੇਰੀ ਢਹਿ ਗਿਆ। ਮੈਂ ਤਾਂ ਆਪਣੇ ਨਾਲ ਵਿਹਲਾ ਹੋ ਗਿਆ ਸੀ ਇੰਨਾ ਕੁਛ ਕਰਕੇ, ਸਭ ਕੁਝ ਕਰਕੇ ਵਿਹਲਾ ਹੋ ਗਏ। ਹੁਣ ਇਹ ਦੁਸ਼ਮਣ ਵੱਡਾ ਹੈ ਸਾਰਿਆਂ ਨਾਲੋਂ। ਮੈਂ ਤਾਂ ਇਹਨਾਂ ਨੂੰ ਜਿੱਤ ਕੇ ਥੱਕ ਗਿਆ ਸਾਰਿਆਂ ਨੂੰ। ਮੇਰੀ ਤਾਂ ਅਕਲ ਤੇ ਹੀ ਬਾਹਰ ਹੋ ਗਿਆ ਸੀ ਕੰਮ। ਉਹ ਪੰਡਤ ਤਾਂ ਸੁਹਾਗਾ ਬਣਾਈ ਫਿਰਦੇ ਨੇ ਨਾ ਸਾਰੀ ਬੁੱਧੀ ਇਹਦੀ ਨਾਸ ਕਰਕੇ, ਵੀ ਜਿੰਨਾ ਲੁੱਟੀ ਆ ਆਪਾਂ ਲੈ ਲਓ, ਜਿੰਨਾ ਇਹਨੇ ਪੈਸਾ ਇਕੱਠਾ ਕੀਤਾ ਉਹ ਆਪ ਲੈ ਲਓ, ਘੋੜੇ ਹਾਥੀ ਇਹਨੂੰ ਕੰਗਾਲ ਕਰ ਦੋ। ਚੱਲ ਜੀ ਹਾਂ ਬਈ ਆਏ ਨੇ ਰਾਜ ਸੁਜਾ ਕਰਤਾ ਜੀ ਨੇ ਇਹਦੀ ਵਡਿਆਈ ਕਰੀ ਜਾਓ, ਵਡਿਆਈ ਕਰਾ ਕੇ ਜੋ ਪੈਸਾ ਇਹਦਾ ਆਪਾਂ ਲੈ ਲਓ। ਫਿਰ ਇਹਨੂੰ ਲੋਨ ਤੇ ਦੇਈ ਜਾਵਾਂਗੇ ਅਮਰੀਕਾ ਮੋਂ, ਕਿਸ਼ਤਾਂ ਤੇ ਮੋੜੀ ਜਾਊਗਾ ਕੰਮ ਚਲਾਉਣ ਖਾਤਰ। ਐਸ ਭਾਂਤ ਮਨ ਵਿੱਚ ਵਿਚਾਰਾ। ਇਸ ਤਰੀਕੇ ਨਾਲ ਉਹਨੇ ਵਿਚਾਰਿਆ ਵੀ ਹੁਣ ਐਡਾ ਬੜਾ ਰਾਜਾ ਹੋਵੇ, ਏਡੀ ਬੜੀ ਮਤਲਬ ਉਹਦੀ ਸੋਭਾ ਹੋਵੇ, ਉਹਦੇ ਪੱਲੇ ਰਹੇਗਾ ਕਿ ਨਹੀਂ? ਉਹ ਕਹਿੰਦਾ ਇਹ ਤਾਂ ਮਰ ਜਾਣਾ ਚੰਗਾ। ਇਸ ਤਰੀਕੇ ਨਾਲ ਉਹਨੇ ਵਿਚਾਰ ਕੀਤੀ ਵੀ ਹੁਣ ਇਹੀ ਰਸਤਾ ਹੈ ਵੀ ਚਲੋ ਫਿਰ ਵੀ ਜੇ ਆਪਾਂ ਪ੍ਰਾਣ ਦੇ ਦਈਏ ਫਿਰ ਵੀ ਇੱਜ਼ਤ ਵੱਜੂਗੀ। ਉਹ ਫਿਰ ਅਰਜਨ ਨੇ ਸੀਗਾ ਵੀ ਮੈਂ ਆਪ ਮਰ ਜੂਗਾ, ਫਿਰ ਹੋਰ ਤਾਂ ਕੁਛ ਨਹੀਂ ਹੈ ਜੇ ਮੈਂ ਸ਼ਾਮ ਤੱਕ ਨਹੀਂ ਕਰ ਸਕਿਆ। ਚੱਲ ਗੱਲ ਤਾਂ ਰਹਿ ਜਾਊਗੀ, ਉਹਨੇ ਆਪਣੇ ਪ੍ਰਾਣ ਦਿੱਤੇ ਜੇ ਨਹੀਂ ਮਾਰ ਸਕਿਆ ਸ਼ਾਮ ਤੱਕ, ਇੱਜ਼ਤ ਬਣੀ ਰਹਿ ਜੂਗੀ। ਪ੍ਰਗਟ ਸਭਾ ਸਭ ਸੁਣਤ ਉਚਾਰਾ। ਸਾਰੀ ਸਭਾ ਨੂੰ ਐਲਾਨ ਕਰਤਾ ਵੀ ਜੇ ਮੈਂ ਮਾਰ ਨਾ ਸਕਿਆ ਮੈਂ ਚਿਤਾ ਬਣਾ ਕੇ ਸੜ ਜਾਣਾ। ਮੈਂ ਵੱਡ ਭੂ ਮੈਂ ਦੇਖੋ ਚੇਤਾ ਬਣਾ ਕੇ ਮੈਂ ਸੜ ਜਾਣਾ, ਸਰੀਰ ਨੂੰ ਨਹੀਂ ਸਾੜਨਾ। ਉਹ ਬੋਲੀ ਦੋਈ ਬੋਲਦਾ ਪਿਛੰਦਰ ਨਾਲ ਵਾਲੀ। ਹਾਂ, ਪਰ ਜੰਗ ਕਰਨੀ, ਫੌਜ ਰੱਖਣੀ ਉਹ ਭੁੱਲ ਜਾਣੀ। ਹੁਣ ਉਹ ਭੁੱਲ ਜਾਣੀ ਹੈ, ਹੁਣ ਰਾਜ ਕਰਨਾ ਭੁੱਲ ਜਾਣਾ। ਹੁਣ ਰਾਜ ਕਰਨਾ ਛੱਡਣਾ ਪੈਣਾ, ਟਾਈਮ ਨਹੀਂ ਮਿਲਣਾ ਰਾਜ ਕਰਨ ਦਾ ਕਿਤੇ ਟਾਈਮ ਬਣੂ। ਹਾਂ, ਮੈਂ ਵੱਡ ਭੂਪ ਵੱਡੋ ਬਰਿਆਰੂ। ਮੈਂ ਬੜਾ ਭੂਪ, ਐਡਾ ਬੜਾ ਬਰਿਆੜ, ਕਿਸੇ ਦੇ ਮੂਹਰੇ ਹੱਥ ਅੱਡਣ ਵਾਲਾ, ਕਿਸੇ ਦੇ ਮੂਹਰੇ ਝੁਕਣ ਵਾਲਾ ਨਹੀਂ। ਇਹ ਮੇਰੇ ਅੰਦਰ ਹੀ ਬੈਠੇ ਨੇ ਚੋਰ ਲੁਕੇ ਹੋਏ। ਮੈਂ ਜੀਤੇ ਹੋਏ ਸਭ ਸੰਸਾਰੂ। ਕਰਕੇ ਬੁਲਾਈ ਅਮਰ ਸਿਖਾਈ, ਸਿੱਖਿਆ ਹੋਰ ਨੇ ਦੇਤੀ ਨਾ। ਸਿੱਖਿਆ ਹੋਰ ਦੀ ਘਰ ਕੀ ਬੁਲਾਈ, ਘਰ ਦੀ ਮਿਲੀ ਹੋਵੇ। ਅਮਰ ਸਿਖਾਈ ਸਿੱਖਿਆ ਦੇ ਫਿਰ ਮੂਸਾ ਦੇਖ ਡਰਾਈ ਰੇ ਚੂਹੇ ਤੋਂ ਹੀ ਡਰਦੀ ਹੈ। ਉਹ ਮਨ ਤਾਂ ਚੂਹਾ ਘਰ ਦੇ ਵਿੱਚ
ਚੂਹੇ ਤੋਂ ਬਿੱਲੀ ਡਰਦੀ ਹੈ। ਦੇਖੋ ਹੈ ਰਾਜਾ, ਉਹ ਦੁਨੀਆ ਡਰਦੀ ਹੈ, ਇਹ ਤੇ ਡਰਦਾ, ਉਹ ਤੇ ਚੂਹੇ ਤੇ ਡਰਦਾ। ਬਿੱਲੀ ਜੇ ਚਾਹੇ ਘਰ ਦੇ ਚੂਹੇ ਨੂੰ ਜਾਂ ਮਰਜ਼ੀ ਫੜ ਲਵੇ, ਇਹ ਬਿੱਲੀ ਜਿਹੜੀ ਹੈ ਬੁੱਧੀ ਚੂਹੇ ਤੋਂ ਡਰਦੀ ਹੈ। ਬੁੱਧ ਤੋਂ ਜਦ ਮਰਜ਼ੀ ਫੜ ਲਵੇ ਇਹਨੂੰ ਗਰਦਨ ਤੋਂ, ਮਨ ਕੁਛ ਨਹੀਂ ਹੈ। ਪੁੱਠੀ ਸਿੱਖਿਆ ਪੜ੍ਹਾ ਦੀ ਬਿੱਲੀ ਨੂੰ, ਬਿੱਲੀ ਨੂੰ ਸਿੱਖਿਆ ਪੁੱਠੀ ਪੜਾਤੀ ਨਾ, ਪੁੱਠੀ ਪੜਾਤੀ। ਮਨ ਚਾਹੁੰਦਾ ਰਾਜ ਕਰਨਾ, ਵੀ ਹਾਂ ਰਾਜ ਕਰ ਸਾਰੀ ਦੁਨੀਆ ਦਾ। ਮਨ ਬੜਾ ਹੋਣਾ ਚਾਹੁੰਦਾ, ਸੰਸਾਰੀ ਵਡਿਆਈ ਮਨ ਚਾਹੁੰਦਾ। ਉਧਰ ਭੱਜੀ ਫਿਰਦੀ ਹੈ ਬਿੱਲੀ। ਹਾਂ, ਮਨਮੁਖੀ ਕਰਤੀ ਨਾ, ਚੂਹੇ ਨੂੰ ਤਾਂ ਪਾੜ ਰਹੀ ਹੈ ਬਿੱਲੀ। ਮੈਂ ਜੀਤਿਓ ਇਹ ਸਭ ਸੰਸਾਰੂ, ਮੈਂ ਸਾਰਾ ਸੰਸਾਰ ਜਿੱਤਿਆ, ਬਾਹਰਲਾ ਸੰਸਾਰ ਜਿੱਤਦਾ ਫਿਰਦਾ। ਸੰਸਾਰ ਜੇ ਜਿੱਤਣਾ ਹੋਵੇ, ਸੰਸਾਰ ਦਿਮਾਗ 'ਚ ਹੁੰਦਾ, ਦਿਲ 'ਚ ਸੰਸਾਰ ਨਹੀਂ ਹੁੰਦਾ। ਦਿਲ 'ਚ ਨਹੀਂ ਸੰਸਾਰ ਸਭ ਦਿਮਾਗ 'ਚ ਹੈ। ਜਿੱਥੇ ਤਿਰਕੁੜੀ ਕਹਿੰਦੇ ਨੇ ਨਾ ਦਸਮ ਦਾ, ਉੱਥੇ ਤਾਂ ਸੰਸਾਰ ਹੈ, ਸੰਸਾਰੀ ਲੋਕਾਂ ਦਾ ਦਸਮਦਾਰ ਹੋ, ਜਾਂ ਕੋਈ ਕਹੇ ਦਿਮਾਗ ਸੰਸਾਰ ਨਹੀਂ ਹੈ। ਸੰਸਾਰ ਦਿਮਾਗ ਦੀ ਉਪਜ ਹੈ। ਦਿਮਾਗ ਵਾਲੇ ਸੰਸਾਰ ਦੀ ਖੋਜ ਕਰਦੇ ਨੇ, ਦਿਮਾਗ ਨਾਲ ਇਹਦੀ ਖੋਜ ਹੋਊਗੀ। ਜਿੱਥੇ ਦੀ ਪੈਦਾ ਜਿਹੜੀ, ਉਹਦੇ ਨਾਲ ਉਹਦੀ ਖੋਜ ਹੋਊਗੀ, ਖੋਜ ਵੀ ਉਹਦੇ ਨਾਲ ਹੋਊਗੀ। ਪੈਦਾ ਦਿਮਾਗ ਦੀ ਹੈ ਸੰਸਾਰ, ਤੇ ਖੋਜ ਵੀ ਦਿਮਾਗ ਨਾਲੇ ਹੋਊ। ਹੋਰ ਕਾਹਦੇ ਨਾਲ ਹੋਊਗਾ? ਜਿਹੜਾ ਦਿਲ 'ਚ ਬੈਠਾ ਉਹਦੀ ਦਿਲ 'ਚੋਂ ਖੋਜ ਹੋਊਗੀ, ਜਿਹੜਾ ਦਿਮਾਗ 'ਚ ਬੈਠਾ ਉਹਦੀ ਦਿਮਾਗ 'ਚੋਂ ਖੋਜ ਹੋਊ। ਸੰਸਾਰ ਤਾਂ ਦਿਮਾਗ 'ਚ ਹੈ ਸਾਰਾ ਹੀ। ਰਿਮੋਟ ਬਣਾਤਾ ਆਦਮੀ ਵਰਗਾ, ਦਿਮਾਗ ਨਹੀਂ ਬਣਾਇਆ। ਹੋਰ ਕਿਹਨੇ ਬਣਾਇਆ? ਮੈਂ ਸੰਸਾਰ ਦੇਖਿਆ, ਦੂਆ ਦਿਮਾਗ ਨੇ ਉਹਦੀ ਨਕਲ ਬਣਾਤੀ। ਉਹ ਜਿਹਾ ਨਹੀਂ ਬਣਿਆ, ਪਰ ਉਹ ਸਮਰੱਥ ਨਹੀਂ ਨਾ, ਦੂਆ ਬਣਾਉਣ ਵਾਲਾ ਸਮਰੱਥ ਨਹੀਂ ਹੈ। ਨਕਲ ਤਾਂ ਕਰਤੀ ਨਾ, ਨਕਲ ਤਾਂ ਕਰਤੀ ਦਿਮਾਗ ਨੇ, ਉਹਦੀ ਨਕਲੇ ਕਰ ਰਿਹਾ। ਹਾਂ, ਜਿਨ ਮੋਕੋ ਇਹ ਬਾਤ ਬਤਾਈ, ਤੈਨੂੰ ਇਹ ਜਾਨ ਠਗੌਰੀ ਲਾਈ। ਕਹਿੰਦਾ ਜਿਹਨੇ ਮੈਨੂੰ ਕਿਹਾ ਤਾਂ ਨਾ ਸੰਸਾਰ ਜਿੱਤ ਲੈ, ਉਹਨੇ ਠੱਗੀ ਕੀਤੀ ਹੈ ਮੈਨੂੰ। ਉਹਨੇ ਉਲਟੀ ਪੜਾਈ ਹੈ। ਉਹਨੇ ਮੂਸਾ ਦੇ ਟਰਾਈ ਹੈ ਬਿੱਲੀ ਚੂਹੇ ਵੱਲ, ਚੂਹੇ ਦੀ ਮਦਦ ਕਰਨ ਲਾਤਾ ਵੀ ਚੂਹੇ ਨੂੰ ਬਾਲ, ਇਹਨੂੰ ਖੁਸ਼ ਕਰ। ਉਹ ਮਾਰਨਾ ਤਾਂ ਉਹੀ ਚੂਹਾ ਸੀ, ਜਿਤਨਾ ਚੂਹਾ ਸੀ, ਚੂਹੇ ਦੀ ਗੁਲਾਮ ਬਿੱਲੀ ਨੂੰ ਬਣਾਤਾ। ਔਰ ਚੂਹਾ ਦਾ ਹੋ ਗਿਆ ਤਕੜਾ। ਉਹ ਇੱਕ ਸ਼ਹਿਰ ਦੀ ਕਹਾਣੀ ਸੀ ਇੰਗਲਿਸ਼ ਦੀ, ਉੱਥੇ ਚੂਹੇ ਬਹੁਤ ਜ਼ਿਆਦਾ ਸੀ, ਔਰ ਤਕੜੇ ਸੀ ਚੂਹੇ। ਚੂਹੇ ਦੀ ਫੌਜ ਸੀ। ਕਹਿੰਦੇ ਤੇ ਫੌਟ ਦੀ ਡੌਗ ਐਂਡ ਕਿਲਡ ਦੀ ਕੈਟ। ਉਹ ਕੁੱਤਿਆਂ ਨਾਲ ਲੜੇ ਚੂਹੇ, ਬਿੱਲੀਆਂ ਮਾਰਤੀਆਂ। ਦੇ ਫੌਟ ਦੀ ਡੌਗ, ਉਹ ਕੁੱਤਿਆਂ ਨਾਲ ਮੁਕਾਬਲਾ ਕੀਤਾ ਉਹਨਾਂ ਨੇ, ਕੁੱਤੇ ਮੂਹਰੇ ਭਜਾ ਲਏ। ਐਂਡ ਕਿਲਡ ਦੀ ਕੈਟ, ਬਿੱਲੀਆਂ ਮਾਰਤੀਆਂ। ਬਿੱਲੀਆਂ ਹੀ ਮਾਰਤੀਆਂ ਤੇ ਫਿਰ ਚੂਹੇ ਨੂੰ ਕੌਣ ਕਰੇ? ਬਿੱਲੀ ਤਾਂ ਮਾਰਤੀ ਉਹਨੇ, ਬੁੱਧੀ ਤਾਂ ਉਹਦੀ ਮਾਰਤੀ। ਉਹ ਬੁੱਧੀ ਤਾਂ ਮਾਰਤੀ ਉਹਦੀ, ਮਾਇਆ ਵਾਲੇ ਦੀ ਬੁੱਧੀ ਮਰ ਜਾਂਦੀ ਹੁੰਦੀ ਹੈ। ਤਾਂ ਹੀ ਤਾਂ ਲੋਕਾਂ ਨੂੰ ਪੁੱਛਦਾ, ਦੱਸੋ ਕੋਈ ਰਾਜਾ ਜਿਹਨੂੰ ਨਹੀਂ ਜਿੱਤਿਆ। ਜਿਹਨੂੰ ਅਕਲ ਹੁੰਦੀ, ਬੁੱਧੀ ਹੁੰਦੀ, ਤਾਂ ਲੋਕਾਂ ਨੂੰ ਕਾਹਦੇ ਪੁੱਛਦਾ? ਲੋਕਾਂ ਨੂੰ ਜਦ ਪੁੱਛੀਦਾ ਹੁੰਦਾ ਜਾਂ ਆਪਣੀ ਅਕਲ ਕੰਮ ਨਾ ਕਰੇ, ਉਹ ਕੰਮ ਦੂਏ ਨੂੰ ਪੁੱਛੀਦਾ ਹੁੰਦਾ। ਅਕਲ ਤਾਂ ਮਾਰੀ ਹੋਈ ਸੀ, ਲੋਕਾਂ ਦੀ ਸਲਾਹ ਨਾਲੇ ਚੱਲਦਾ ਸੀ, ਦੂਜਿਆਂ ਦੀ ਸਲਾਹ ਨਾਲੇ ਚੱਲਦਾ ਸੀ। ਉਹਨਾਂ ਨੂੰ ਪੁੱਛਦਾ ਜਾ ਕੇ। ਇਹ ਦਵੈ ਵੀਰ ਵੱਡੇ ਬਰਿਆਰਾ, ਇਨ ਜੀਤੇ ਜੀਤੋ ਸੰਸਾਰਾ। ਅਸਲ ਤਾਂ ਇਹ ਦੋਏ ਬਹਾਦਰ ਨੇ ਬਰਿਆੜ। ਮੈਂ ਤਾਂ ਆਪਣੇ ਆਪ ਨੂੰ ਸਮਝਦਾ ਸੀਗਾ ਬਰਿਆੜ, ਸਮਝਦਾ ਸੀ ਹੈ ਨਹੀਂ। ਇਹਨਾਂ ਨੂੰ ਜਿਹਨੇ ਦਿੱਤੇ ਆ, ਦੋਹਾਂ ਨੂੰ ਜਿੱਤਣ ਦੀ ਗੱਲ ਹੈ। ਇਹ ਦਵੈ ਵੀਰ ਵੱਡੇ ਬਰਿਆਰਾ, ਇਨ ਜੀਤੇ ਜੀਤੋ ਸੰਸਾਰਾ। ਦੋਹਾਂ ਨੂੰ ਸਮਝਾ ਕੇ ਸੁਲਾਹ ਕਰਾਉਣੀ ਹੈ ਚਿੱਤਰ ਮਨ ਦੀ। ਉਹ ਚ ਹੋ ਹੈ, ਉਹ ਚ ਮੈਂ ਘੱਟ ਕੋਈ ਵੀ ਨਹੀਂ ਹੈ। ਦੋਹਾਂ ਦੀ ਦੋ ਹੱਥਾਂ ਨਾਲ ਤਾੜੀ ਵੱਜਦੀ ਹੈ, ਇਕੱਲਾ ਨਹੀਂ ਵੱਜਦੀ ਹੁੰਦੀ। ਇਹਨਾਂ ਨੂੰ ਕਿਹਾ ਦੋ ਹੱਥਾਂ ਦੀ ਤਾੜੀ। ਗੱਲ ਇੱਥੋਂ ਆਈ ਹੋਈ ਹੈ, ਬਾਹਰਲੀ ਤਾੜੀ ਤਾਂ ਬਾਅਦ ਦੀ ਗੱਲ ਹੈ। ਹੱਥ ਹੀ ਨੇ ਦੋਏ, ਹੋਰ ਹੱਥ ਖੜੇ ਨੇ। ਜੇ ਦੋਹਾਂ ਦਾ ਇੱਕ ਹੋ ਗਿਆ, ਤਾੜੀ ਕਿੱਥੋਂ ਵੱਜੂ? ਫਿਰ ਨਹੀਂ ਨਾ ਵੱਜਦੀ ਹੈ। ਬਸ ਫਿਰ
ਇਹਨਾਂ ਨੂੰ ਜਿੱਤਿਆ ਹੀ ਸਾਰਾ ਜੱਗ ਜਿੱਤਿਆ ਜਾਊਗਾ। ਸਾਰੇ ਸੰਸਾਰ ਤੋਂ ਇਹ ਨਹੀਂ ਜਿੱਤ ਹੋਏ ਕਦੇ। ਇੱਧਰ ਕਹਿੰਦੇ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ, ਇੱਧਰ ਨੂੰ ਕੋਈ ਉਪਰਾਲਾ ਨਹੀਂ ਕੀਤਾ। ਜਿਹਨੇ ਉਪਰਾਲਾ ਕੀਤਾ ਉਹ ਸ਼ਾਇਦ ਜਿੱਤ ਵੀ ਗਿਆ ਹੋ। ਅਬ ਮੋਤੇ ਈ ਜਿਣ ਜਾਈ। ਹੁਣ ਨਹੀਂ ਮੇਰੇ ਤੋਂ ਜਿੱਤੇ ਜਾਣੇ। ਹੁਣ ਨਹੀਂ ਕਹਿੰਦੇ, ਹੁਣ ਮੁਸ਼ਕਲ ਗੱਲ ਹੈ। ਮੇਰੇ ਕੋਲ ਨਾ ਤਾਂ ਉਹਦੀ ਸਮਰੱਥਾ ਰਹੀ ਹੈ, ਨਾ ਉਹਦੀ ਅਕਲ। ਕਹੇ ਮਨ ਮੋਹੇ ਕਥਾ ਸਮਝਾਈ। ਹੁਣ ਮੈਨੂੰ ਇਹ ਦੱਸ ਵੀ ਮੈਂ ਹੁਣ ਕੀ ਕਰਾਂ। ਹੁਣ ਨਹੀਂ ਮੇਰੇ ਬਸ ਦੀ ਗੱਲ। ਹੁਣ ਮੇਰਾ ਦਿਲ ਟੁੱਟ ਗਿਆ ਵੀ ਹੁਣ ਮੈਂ ਸਭ ਤੋਂ ਵੱਡਾ ਦੁਸ਼ਮਣ ਤਾਂ ਜੋ ਹੋ ਗਈ ਪਿਆ। ਮੈਂ ਤਾਂ ਇਹਨਾਂ ਨਾਲੇ ਥੱਕ ਗਿਆ ਜਿਹੜੇ ਹੀ ਕੁਛ ਨਹੀਂ। ਇਹ ਤਾਂ ਬਹੁਤ ਆਸਾਨ ਕੰਮ ਸੀ ਜਿਹੜਾ ਮੈਂ ਕਰ ਲਿਆ। ਇਹਦਾ ਮਤਲਬ ਹੈ ਇਹ ਕੰਮ ਬੜਾ ਸੌਖਾ ਸੀ, ਸਾਰੀ ਦੁਨੀਆ ਦੇ ਰਾਜੇ ਜਿੱਤਣੇ। ਆਹ ਜ਼ਿਆਦਾ ਔਖਾ ਹੈ, ਇਹ ਨਹੀਂ ਹੁਣ ਮੇਤੇ। ਹੁਣ ਇਹ ਪੱਥਰ ਭਾਰੀ ਹੈ। ਮੋਹੇ ਕਥਾ ਸਮਝਾਈ। ਹੁਣ ਮੈਨੂੰ ਦੱਸ ਵੀ ਹੁਣ ਕੀ ਕਰਾਂ। ਮੇਰਾ ਕੋਈ ਹਿੱਲਾ ਹੁਣ ਕੱਢ ਤੂੰ। ਅਬ ਮੈਂ ਦੇਖ ਬਨਾਵੋਂ ਚਿਖਾ, ਪੈਠੋਂ ਬੀਜ ਅਗਨ ਕੀ ਸਿਖਾ। ਪਰ ਨਹੀਂ ਤਾਂ ਮੈਂ ਦੇਖ ਲਾ ਹੁਣ ਚਿਖਾ ਬਣਾਉਣਾ। ਬਹਿ ਜਾਣਾ ਵਿੱਚ ਸਿੱਖਿਆ ਵਾਸਤੇ ਸਿਖਾ। ਪੈਠੋਂ ਜੋ ਤਾਂ ਸਿੱਖਿਆ ਦਿੱਤੀ ਹੈ ਉਹਦੀ ਮਾਲਾ ਫੇਰਦਾ ਹੁਣ ਮੈਂ। ਬੈਠੂ ਵਿੱਚ ਅਗਨੀ ਕੀ ਸਿਖਾ। ਅਗਨ ਕੀ ਸਿਖਾ। ਸਿੱਖਿਆ ਦੀ ਅਗਰ ਸਿੱਖਿਆ ਦੀ ਅਗਨ ਚ ਸਾਡਾ ਬ੍ਰਹਮਾਗਨ ਚ ਗਿਆਨ ਘੱਟ ਬਲਿਆ, ਗੁਰ ਗਿਆਨ ਘੱਟ ਬਲਿਆ। ਗਿਆਨ ਪ੍ਰਚੰਡ, ਗਿਆਨ ਦੀ ਪ੍ਰਚੰਡਤਾ 'ਚ ਬਹਿ ਕੇ ਜਾਣੂ। ਮੈਂ ਉਹ ਕੰਮ ਛੱਡਤਾ ਸਾਰਾ, ਰਾਜ ਭਾਗ ਛੱਡ ਦੇਣਾ। ਉਹ ਕਿਉਂਕਿ ਇੱਧਰ ਲੜੂਗਾ, ਮਾਨਾ ਲੜੂਗਾ ਤਾਂ ਉਹ ਛੱਡ ਕੇ ਲੜੂਗਾ। ਉਹ ਤਾਂ ਛੱਡ ਕੇ ਲੜਨਾ ਪਊ। ਉਹ ਰਾਜੇ ਉਧਰੇ ਜਿੱਤਣੇ, ਫੌਜਾਂ ਨਾਲ ਜਿੱਤਣੇ ਸੀ, ਉਹ ਘੋੜਿਆਂ ਨਾਲ ਜਿੱਤਣੇ ਸੀ। ਇਹ ਜਿੱਤੂਗਾ ਹੁਣ ਵਿਹਲਾ ਹੋ ਕੇ, ਉਧਰੋਂ ਵਿਹਲਾ ਹੋ ਕੇ ਜਿੱਤੂ ਉਹਨੇ ਵੀ ਫਿਰ ਮੈਂ ਆਹ ਕਰੂੰਗਾ ਜੋ ਤੇ ਸਿੱਖਿਆ ਦਿੱਤੀ ਹੈ। ਉਹਦੇ ਨਾਲ ਫਿਰ ਮਨ ਨੂੰ ਸਾੜੂ ਆਪਣੇ ਨੂੰ। ਪੈਂਠੋਂ ਬੀਜ ਅਗਨੀ ਕੀ ਸਿਖਾ। ਆਹੋ ਮਨ ਨੂੰ ਵਿਚਾਲੇ ਬਿਠਾਲ ਕੇ ਪਰਦੇਸੀ ਕੇ ਘਾ ਕਰੈ 14 ਲਾਗਾ ਆਗ ਖਿੱਤਾ ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ। ਇਹ ਚੋ ਇਹਦੀ ਮੈਲ ਜਲਣੀ ਹੈ, ਮਨ ਦੀ ਜਿਹੜੀ ਮੈਲ ਹੈ ਉਹੀ ਜਲਣੀ। ਅਗਨੀ ਰੂਪੀ ਸਿੱਖਿਆ ਚ ਸਿੱਖਿਆ ਰੂਪੀ। ਹਾਂ ਗਿਆਨ ਪ੍ਰਚੰਡ ਚ ਬ੍ਰਹਮਾਗਨ ਦੇ ਵਿੱਚ ਚਿਖਾ ਬਣਾਏ ਇਸ਼ਨਾਨੇ ਕਰਾ, ਸਭ ਤਨ ਬਸਤਰ ਤਲੋਨਾ ਧਰਾ। ਚਿਖਾ ਬਣਾ ਲਈ, ਇਸ਼ਨਾਨ ਕਰ ਲਿਆ। ਇਹ ਕਹਿੰਦਾ ਵੀ ਉਹ ਸੀਗੇ ਜਿਹੜੇ ਕੱਪੜੇ ਸੀ ਇਹ ਪਾ ਲਏ ਕੇਸਰੀ ਰੰਗ ਦੇ। ਇਹਨੇ ਹੱਥੇ ਕੀਤਾ ਨਰਨ ਸਿੰਘ ਨੇ। ਆਹੋ ਕੇਸਰੀ ਰੰਗ ਦੇ ਕੱਪੜੇ ਪਾ ਲਏ। ਇਹ ਕੇਸਰੀ ਰੰਗ ਦੀ ਜਿਹੜੀ ਨਿਸ਼ਾਨੀ ਹੈ ਪਹਿਲਾਂ ਤੇ ਹੀ, ਇਹ ਜਦੋਂ ਬਲੀ ਦੇਣੀ ਹੋਵੇ ਨਾ, ਯਾਨੀ ਸੰਸਾਰ ਨੂੰ ਛੱਡਣ ਦੀ ਨਿਸ਼ਾਨੀ ਹੈ, ਤਿਆਗ ਦੀ ਨਿਸ਼ਾਨੀ ਹੈ। ਜਦੋਂ ਬਾਹਰ ਜੰਗਲ ਨੂੰ ਗਿਆ ਰਾਮਚੰਦਰ ਜਦ ਵੀ ਇਹੀ ਕੱਪੜੇ ਪਾ ਕੇ ਕੇਸਰੀ ਕੱਪੜੇ, ਸੰਸਾਰ ਰਾਜ ਭਾਗ ਛੱਡਣ ਦੀ ਨਿਸ਼ਾਨੀ ਹੈ। ਚਿਖਾ ਬਣਾਏ ਬੈਰਾਗ ਹੋਣ ਦੀ ਬੈਰਾਗ ਦੀ ਨਿਸ਼ਾਨੀ ਹੈ। ਚਿਖਾ ਬਣਾਏ ਇਸ਼ਨਾਨੇ ਕਰਾ, ਸਭ ਤਨ ਬਸਤਰ ਤਲੋਨਾ ਧਰਾ। ਤਲੋਨਾ ਧਰਾ। ਬਹੁਤ ਵਿਦ ਲੋਕ ਹਟਕ ਕਰ ਰਹਾ। ਬਥੇਰੇ ਲੋਕਾਂ ਨੇ ਕਿਹਾ ਵੀ ਹੁਣ ਤੁਸੀਂ, ਉਹ ਕਹਿੰਦਾ ਮੈਂ ਤਿਆਗ ਦੇਣਾ ਸਭ ਕੁਝ, ਹੁਣ ਨਹੀਂ ਮੈਂ ਰਾਜ ਕਰਨਾ, ਘਰ-ਬਾਰ ਵੀ ਤਿਆਗ ਦੇਣਾ। ਉਹ ਕਹਿੰਦੇ ਵੀ ਏਦਾਂ ਨਾ ਕਰ। ਬਥੇਰੇ ਕਹਿ ਹਟੇ, ਸਮਝਾ ਹਟੇ। ਅਸਲ ਦੇ ਵਿੱਚ ਕੀ ਸਮਝਾ ਹਟੇ? ਜਿਹੜੇ ਪੰਡਤ ਮਗਰ ਲੱਗੇ ਤੇ ਜਿਨ੍ਹਾਂ ਨੂੰ ਹਾਥੀ ਮਿਲਣੇ ਤੇ ਘੋੜੇ ਮਿਲਣੇ ਤੇ ਉਹਨਾਂ ਦਾ ਗਿਆ ਪੱਠਾ, ਤਾਂ ਉਹਨਾਂ ਦਾ ਬਹਿ ਗਿਆ। ਚੋਰੀਆਂ ਡੇੜੇ ਰਹੀਆਂ, ਉਹਨਾਂ ਦੇ ਸਾਰੇ ਪਲਾਨ ਰਹਿ ਗਏ, ਕੋਠੀਆਂ ਦੇ ਬਣੇ ਨਕਸ਼ੇ, ਉਹ ਵੀ ਐਂ ਕਰਾਂਗੇ। ਗੱਲ ਤਾਂ ਉਹਨਾਂ ਦਾ ਬੇੜਾ ਗਰਕ ਹੋ ਗਿਆ ਵੀ ਸਾਨੂੰ ਇੰਨਾ ਮਿਲਣਾ ਸੀ, ਕਰੋੜ ਘੋੜਾ ਜੇ ਜੱਗ ਕਰਦਾ ਲੱਦਿਆ ਹੋਇਆ, ਜੇ ਜੰਗ ਕਰਦਾ ਰਾਜੇ ਮਰ ਜਾਂਦੇ, ਭੈ ਮਰ ਜਾਂਦੇ, ਖਜ਼ਾਨੇ ਦੀਆਂ ਵੰਡੀਆਂ ਪਾਈ ਬੈਠੇ ਤੇ ਉਹ। ਸਾਡਾ ਤਾਂ ਨੁਕਸਾਨ ਤਾਂ ਉਹਨਾਂ ਦਾ ਹੋ ਗਿਆ। ਉਹ ਹਟਕ ਰਹੇ ਨੇ ਸੱਜ। ਹਾਂ ਬਹੁਤ ਵਿਦ ਲੋਕ ਹਟਕ ਕਰ ਰਹਾ। ਉਹ ਸਾਰੇ ਹਟਾਉਂਦੇ ਨੇ, ਇਹ ਨਾ ਕਰ ਤੂੰ। ਹਾਂਜੀ ਚਰਪਟ ਕਰ ਚਰਨਨ ਭੀ ਗਹਾ। ਉਹ ਪੁੱਠਾ ਮੁੜ ਗਿਆ। ਚਰਪਟ ਕਰ ਚਰਨਨ ਭੀ ਗਹਾ। ਉਹ ਜੋ ਪਹਿਲਾ ਉਹਨਾਂ ਸੀ ਨਾ ਟਾਰਗੇਟ,
ਉਹ ਤਾਂ ਘੁੰਮ ਜਾਣਾ ਜਿਹੜਾ ਉਹ ਚਰਪਟ ਕਰਦੇ ਨੇ। ਜਿੱਧਰ ਜਾ ਰਿਹਾ ਹੋਵੇ ਉਧਰ ਬਿਲਕੁਲ ਉਲਟਾ ਘੁੰਮ ਜਾਵੇ, ਅਬਾਊਟ ਜਿਹਨੂੰ ਆਪਾਂ ਕਹਿੰਦੇ ਯੂ ਟਰਨ ਲੈ ਲਵੇ, ਯੂ ਟਰਨ ਨੂੰ ਚਰਪਟ ਕਰਦੇ ਨੇ। ਜਿਹੜਾ ਯੂ ਟਰਨ ਲੈ ਜਾਵੇ ਜਾਂਦਾ ਯੂ ਟਰਨ ਵਾਪਸ ਆ ਜਾਵੇ ਉਹਨੂੰ ਚਰਪਟ ਕਰਦੇ ਨੇ। ਹਾਂ ਚਟਪਟ ਕਰ ਚਰਨਨ ਭੀਗਾ, ਹਾਂ ਚਟਪਟ ਕਰ, ਝਟਪਟ ਹੋ ਕੇ ਚਰਨਨ ਭੀਗਾ। ਹਾਂ ਉਹ ਨੀਵਾਂ ਹੋ ਗਿਆ ਉਹਨੇ ਕੱਢੋ ਹੁਣ ਨੀਵਾਂ ਜਿਹੜਾ ਉੱਤੇ ਚੜਿਆ ਹੈ ਤਾਂ ਨੀਵਾਂ ਵੀ ਹੁਣ ਨਹੀਂ। ਉਹ ਜਿਹੜੀ ਵਡਿਆਈ ਵਾਲੀ ਗੱਲ ਛੱਡੋ, ਹੁਣ ਨਹੀਂ ਤੂੰ ਵੱਡਾ ਰਾਜਾ ਆਪਾਂ ਇਹ ਉਹ ਕਹਿੰਦਾ ਮੈਂ ਛੱਡ ਦੋ ਹੁਣ ਗੱਲ, ਉਹ ਨਹੀਂ ਹੁਣ ਮੈਨੂੰ ਨਹੀਂ ਚਾਹੀਦਾ। ਹਾਂ ਹੀਰ ਚੀਰਦਾ ਵਿਦਵਤ ਦਾਨਾ, ਮਦ ਕਟਾਸ ਕਰਾ ਸਥਾਨਾ। ਜਿਹੜੇ ਹੀਰੇ ਜਵਾਹਰ ਇਕੱਠੇ ਸਭ ਨੂੰ ਵੰਡਦੇ, ਜਿਨ੍ਹਾਂ ਦੇ ਭਾਈ ਖੋਏ ਨੇ ਲੈ ਜਾਓ ਆਪਣੇ ਆਪਣੇ। ਹੀਰ ਚੀਰਦਾ ਵਿਦਵਤ ਦਾਨਾ, ਉਹ ਚੀਰ ਹੀਰੇ ਜਵਾਹਰ ਜੋ ਦੇਣ ਵਾਲੀ ਸਭ ਕਹਿਤਾ ਵੀ ਲੈ ਜਾਓ, ਉਹਨਾਂ ਨੂੰ ਦੇ ਦਿੱਤਾ ਜਿਹਨਾਂ ਦਾ ਸੀਗਾ ਰਾਜਿਆਂ ਨੂੰ ਸਾਰੇ ਆਪਣਾ ਆਪਣਾ। ਹੁਣ ਉਹ ਵੀ ਤਾਂ ਰਾਜੇ ਜਾ ਕੇ ਕੋਈ ਪਾਪ ਤਾਂ ਕਰ ਨਹੀਂ ਲੱਗਿਆ। ਜਿਹਨੂੰ ਮੋੜਦੀ ਆਪਾਂ ਡਕੈਤ ਜੇ ਘਰ ਆ ਕੇ ਮੋੜ ਜਾਣ ਕਿਸੇ ਦਾ ਸਮਾਨ, ਤੇ ਜੇ ਉਹਨੇ ਕਿਸੇ ਦਾ ਮਾਰਿਆ ਹੋਵੇ, ਪੈਸਾ ਆਇਆ ਕੀਤਾ ਹੋਵੇ, ਉਹਦੇ ਦੇ ਵੀ ਜੋ ਉਹ ਕਹਿੰਦਾ ਵੀ ਮੈਂ ਵੀ ਦਿਆਵਾਂ ਅਗਲੇ ਦਾ। ਜੇ ਮੈਂ ਕਿਸੇ ਦਾ ਨਜਾਇਜ਼ ਕੀਤਾ ਮੈਨੂੰ ਵੀ ਦੇ ਦੇਣਾ ਚਾਹੀਦਾ। ਆਪਣੀ ਆਤਮਾ ਤੇ ਉਦਾਂ ਹੀ ਜ਼ੋਰ ਪੈ ਜਾਂਦਾ। ਚੰਗੇ ਕੰਮ ਨੂੰ ਦੇਖ ਕੇ ਚੰਗਾ ਹੋ ਜਾਂਦਾ ਆਦਮੀ, ਬੰਦੀ ਸੰਗਤ ਨੂੰ ਦੇਖ ਕੇ ਬੰਦਾ ਹੋ ਜਾਂਦਾ। ਉਹੀ ਜਿਹੀ ਹਵਾ ਚੱਲ ਪੈਂਦੀ। ਮਦ ਕਟਾਸ ਕਰਾ ਅਸਥਾਨਾ, ਮਦ ਕਟਾਸ ਕਰਾ ਅਸਥਾਨਾ, ਬਸ ਆਪਣੇ ਸਮਾਧੀ ਲਾ ਕੇ ਬਹਿ ਗਿਆ। ਭਾਂਤ ਅਨੇਕ ਤਨ ਜਵਾਲ ਜਰਾਈ, ਜਰਤ ਨਾ ਭਈ ਜਵਾਨ ਸੀ ਅਰਾਈ। ਕਟਾਸ਼ ਵੈਸੇ ਤਰੀਆ ਇਹਨੂੰ ਕਹਿੰਦੇ ਨੇ ਇੱਥੇ, ਕਟਾਸ਼ ਪਿੱਛੇ ਜਿਹੜੇ ਤ੍ਰਿਕੁਟੀ ਦੇ ਵਿੱਚ ਮਦ ਕਟਾਸ ਕਰ ਟਿਕ ਗਿਆ ਮਨ ਉਹਦਾ, ਹੁਣ ਬਾਹਰ ਨਹੀਂ ਭਜਦਾ। ਸੋਚਣ ਲੱਗ ਗਿਆ ਨਾ ਵੀ ਕੀ ਹੋ ਗਿਆ ਹੈ, ਵੀ ਹੁਣ ਨਹੀਂ ਖੜ ਗਿਆ। ਜਿਹੜਾ ਚੱਲਦਾ ਸੀ ਮਨ ਚਲਾਏ ਮਨ ਸੀ ਰੁਕ ਗਿਆ। ਉਹ ਜੋ 10 ਤੇ ਨਹੀਂ ਆਇਆ ਆਊ ਤਾਂ ਫਿਰ ਅਜੋ ਸਿੱਖਿਆ ਚੱਲਣੀ ਹੈ ਨਾ ਫਿਰ ਅੱਗੇ ਗੱਲ। ਭਾਂਤ ਪੂਰਾ ਅਜੋ ਤਾਂ ਪੜੂ ਹਾਂ ਚੱਲਿਆ ਦੂਏ ਪਾਸੇ ਨੂੰ ਅਬਾਊਟ ਹੋ ਗਿਆ ਨਾ। ਜਿਹੜਾ ਬਾਹਰ ਨੂੰ ਦਿਮਾਗ ਚੱਲਦਾ ਸੀ ਕਿਹਨੂੰ ਜਿੱਤਣਾ ਕੀ ਕਰਨਾ, ਉਹ ਰੁਕ ਗਿਆ ਸਾਰਾ। ਭਾਂਤ ਅਨੇਕ ਤਨ ਜਵਾਲ ਜਰਾਈ, ਅਨੇਕਾਂ ਭਾਂਤ ਦੀ ਉਹਨੇ ਸਿੱਖਿਆ ਸੁਣੀ, ਅੱਗ ਜਾਣ ਦੀ ਕੋਸ਼ਿਸ਼ ਕੀਤੀ। ਉਹਨੂੰ ਜੋ ਕੁਛ ਅੰਦਰ ਹੈਗਾ ਉਹਦੇ ਮਲੀਨਤਾ ਉਹਨੂੰ ਸਾੜਨ ਦੀ ਅਨੇਕਾਂ ਪ੍ਰਕਾਰ ਦੀ ਸਿੱਖਿਆ ਸੁਣੀ। ਜਰਤ ਨਾ ਭਈ ਜਵਾਨ ਸੀ ਅਰਾਈ, ਸਾਰੇ ਕੋਈ ਅਸਰ ਨਹੀਂ ਹੋਇਆ ਕਿਸੇ ਦਾ ਉੱਥੇ। ਤਿਰਕੁੜੀ ਤੋਂ ਥੱਲੇ ਨਹੀਂ ਡਿੱਗਿਆ ਹੈਗਾ, ਛੁੱਟੀ ਨਹੀਂ ਤਿਰਕੁਟੀ ਕਿਸੇ ਤੇ, ਸੀਤਲ ਹੁੰਦੀ ਗਈ। ਉਹਦੇ ਕੋਲ ਸਾਰੀਆਂ ਗੱਲਾਂ ਦਾ ਜਵਾਬ ਤੇ ਸਾਰਿਆਂ ਜਿੰਨੀਆਂ ਮੱਤਾਂ ਸੀ ਉਦੋਂ ਗਾਹਾਂ ਬੈਠਾ ਸੀ ਅਸਲ 'ਚ ਮਸ਼ਿੰਦਰਨਾਥ। ਨਹੀਂ ਪਾਰਸਨਾਥ ਦੀ ਗੱਲ ਪਹਿਲਾਂ ਬੈਠਾ ਸੀ। ਹਾਂ ਪਹਿਲਾਂ ਹੀ ਬੈਠਾ ਸੀ, ਗਿਆਨ ਤਾਂ ਪਹਿਲਾਂ ਹੀ ਸੀ ਸਾਰਿਆਂ ਨੂੰ। ਭਾਂਤ ਅਨੇਕ ਤਨ ਜਾਲ ਜਵਾਲ ਜਰਾਈ, ਜਰਤ ਨਾ ਭਈ ਜਵਾਨ ਸੀ ਅਰਾਈ। ਸੀਤਲ ਹੋ ਜਾਂਦੀ ਸੀ ਅੱਗ। ਉਹ ਜਿਹੜਾ ਇਹਨੂੰ ਦਿੰਦਾ ਸੀ ਗਿਆਨ ਉਹਨੂੰ ਠੰਡਾ ਕਰ ਦਿੰਦਾ ਸੀ। ਉਹ ਜਦ ਗਿਆਨ ਦੇਣ ਵਾਲੇ ਦੇ ਗਾਹਾਂ ਵਾਲੇ ਕੋ ਗਿਆਨ ਜ਼ਿਆਦਾ ਹੋਵੇ ਉਹ ਪਿਛਲਾ ਠੰਡਾ ਹੋ ਜਾਂਦਾ, ਠੰਡਾ ਪੈ ਜਾਂਦਾ। ਕੋਈ ਸਿੱਖਿਆ ਦੇਣ ਹੁੰਦਾ ਠੰਡਾ ਵੀ ਪੈ ਜਾਂਦਾ ਹੁੰਦਾ, ਜੇ ਅਗਲਾ ਜਵਾਬ ਹੋ ਜਾਂਦਾ ਠੰਡਾ ਹੋ ਜਾਂਦਾ। ਠੀਕ ਹੈ ਜੀ, ਠੰਡਾ ਹੋ ਜਾਂਦਾ ਵੀ ਇਹਦਾ ਪਹਿਲਾਂ ਹੀ ਕੰਮ ਕਰ ਪਹਿਲਾਂ। ਤੋਮਰ ਛੰਦ ਕਰ ਕੋਪ ਪਾਰਸਰਾਏ, ਕਰ ਆਪ ਅਗਨੀ ਜਰਾਏ। ਪਾਰਥਨਾਥ ਨੇ ਗੁੱਸਾ ਕੀਤਾ, ਤ੍ਰਿਕੁਟੀ ਹੈ ਨਾ, ਉਹ ਕਹਿੰਦਾ ਥੋਤੇ ਨਹੀਂ ਹੋਣਾ ਕੁਛ, ਮੈਂ ਹੁਣ ਆਪੇ ਆਪਣੇ ਆਪ ਨੂੰ ਅੱਗ ਲਾਉਣਾ, ਮੈਂ ਆਪਣੀ ਚੇਤਾ ਆਪੇ ਜਲਾਉਣਾ। ਕਰ ਆਪ ਅਗਨੀ ਜਰਾਏ। ਮੈਂ ਗਿਆਨ ਖੰਡ ਪੈ ਗਿਆ। ਫਿਰ ਉਹ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਗਿਆਨ ਪ੍ਰਚੰਡ ਆਪੇ ਹੁੰਦਾ।
ਗਿਆਨ ਖੰਡ 'ਚ ਟੇਗਿਆ ਹੁਣ ਉਹ ਜੋ ਸੁਣਿਆ ਸੀ ਉਹਨੇ। ਉਹ ਕਹਿੰਦਾ ਵੀ ਗਿਆਨ ਖੰਡ 'ਚ ਗਿਆਨ ਪ੍ਰਚੰਡ ਹੋਊਗਾ, ਹੁਣ ਆਪੇ ਅਗਨੀ ਚਲਾਉਣਾ ਮੈਂ, ਥੋਤੇ ਕਿਸੇ ਤੇ ਨਹੀਂ ਮੈਨੂੰ ਇਹ ਹੁਣ। ਹਾਂ ਸੋ ਭਈ ਸੀਤਲ ਜਵਾਲ ਅਤੀ ਕਾਲ ਰੂਪ ਕਰਾਲ। ਠੰਡੀ ਅੱਗ ਨਿਕਲੀ, ਸੋ ਭਈ ਸੀਤਲ ਜਵਾਲ, ਠੰਡੀ ਅੱਗ ਕਹਿ ਜਾਂਦੀ ਹੈ। ਉਹ ਵੀ ਉੱਥੇ ਗਏ ਨੇ ਹਵਾ ਘਰ ਦੇ ਵਿੱਚ, ਇਹ ਜਿਹੜੇ ਪਾਂਡਵ ਗਏ ਨੇ ਨਾ ਹਿਮਾਲਿਆ ਤੇ। ਆਹੀ ਗੱਲ ਹੈ, ਹਿਮਾਲਿਆ ਤੇ ਨਹੀਂ ਗਏ, ਆਏ ਸੀ ਜਲਜਵਾਲ ਸੀ ਉਹ ਵੀ। ਉਹਦਾ ਦਸਮ ਪਾਤਸ਼ਾਹ ਵਾਲੀ ਗੱਲ ਹੈ ਨਾ, ਹੇਮਕੁੰਡ ਉਹ ਵੀ ਆਹੀ ਹੈ, ਹੇਮਕੁੰਡ ਪਰਬਤ ਹੈ। ਆਹੋ ਸੀਤਲ ਜਵਾਲ ਹੈ, ਆਹੀ ਸੀ ਉਹ। ਲੱਭ ਗਈ, ਇੱਥੋਂ ਹੀ ਅਰਥ ਕੀਤੇ ਸੀਗੇ, ਇੱਥੇ ਬੈਠੇ ਸੀ ਪਹਿਲੇ ਜਨਮ 'ਚ ਉਹ। ਜਿੱਥੇ ਪਾਰਸਨਾਥ ਬੈਠਿਆ ਜਾ ਕੇ, ਹੁਣ ਬੈਠਿਆ ਬਾਲ ਹਾਂ ਉੱਥੇ ਹੀ ਸੀ ਉਹ, ਜਿੱਥੇ ਪਾਰਸਨਾਥ ਬੈਠਣ ਦੀ ਗੱਲ ਕਰ ਰਿਹਾ ਜੀ। ਬੈਠਿਆ ਕਿੱਥੇ ਹੈ, ਜਿਹੜਾ ਉਹਦਾ ਟਾਰਗੇਟ ਹੈ ਉੱਥੇ ਪਹਿਲਾਂ ਹੀ ਸੀ ਉਹ ਬੈਠੇ। ਉਹ ਪਾਂਡਵ ਵੀ ਪਛਤਾਏ ਵੀ ਆਪਣੇ ਮਾਰ ਕੇ ਫਿਰ ਉੱਥੇ ਗਏ। ਹਾਂ ਫਿਰ ਉੱਥੇ ਜਾਣਾ ਸੀ, ਉਹ ਤਾਂ ਪਹਿਲਾਂ ਹੀ ਘਰ ਚਾਹੁੰਦੇ ਨਹੀਂ ਸੀ, ਅਰਜੁਨ ਨਹੀਂ ਸੀ ਚਾਹੁੰਦਾ, ਦੂਏ ਚਾਹੁੰਦੇ ਸੀ। ਹਾਂ ਸੋ ਭਈ ਸੀਤਲ ਜਵਾਲ ਅਤੀ ਕਾਲ ਰੂਪ ਕਰਾਲ। ਅਤੀ ਕਾਲ ਰੂਪ ਕਰਾਲ, ਐਸੀ ਜਵਾਲ ਸੀ, ਕਾਲ ਰੂਪ ਜਵਾਲ ਸੀ ਉਹ। ਅਤੀ ਕਾਲ ਰੂਪ ਕਰਾਲ, ਕਰਾਲ ਭਿਆਨਕ ਕਾਲ ਰੂਪ ਸ਼ਬਦ ਕੀ ਸੀ, ਹੁਕਮ ਪ੍ਰਗਟ ਹੋਇਆ ਉੱਥੇ। ਅਤੀ ਕਾਲ ਰੂਪ ਕਰਾਲ, ਰੂਪ ਹੀ ਆ ਫਿਰ, ਹੁਕਮ ਪ੍ਰਗਟ ਹੋਣਾ ਉੱਥੇ। ਫਿਰ ਅੰਦਰੋਂ ਪੈਦਾ ਹੋਇਆ ਹੁਕਮ, ਜਾਂ ਇੱਕ ਹੋ ਕੇ ਬਹਿ ਗਿਆ। ਤਬ ਜੋ ਇੱਕ ਹੋਏ ਤਾਂ ਹੁਕਮ, ਜਾਂ ਇੱਕ ਹੋ ਕੇ ਬੈਠ ਗਿਆ ਨਾ, ਫਿਰ ਉੱਤੋਂ ਹੁਕਮ ਪੈਦਾ ਹੋਇਆ। ਐਵੇਂ ਹੀ ਦੱਤਾਤਰੇయ ਦੇ ਹੋਇਆ ਸੀ। ਉਹ ਜਦ ਜਾ ਕੇ ਤਪ ਕਰਕੇ ਬੈਠਿਆ ਸੀ, ਉਹਨੂੰ ਕਿਹਾ ਗਿਆਨ ਬਿਨਾਂ, ਇਹਨੂੰ ਗਿਆਨ ਪਹਿਲਾਂ ਹੋ ਚੁੱਕਿਆ ਨਾ, ਇਹਨੂੰ ਵਿਸ਼ੇਦਲਨਾਥ ਨੇ ਕਰਾਤਾ ਨਾ ਗਿਆਨ ਪਹਿਲਾਂ, ਵਿਵੇਕ ਦਾ। ਉਹਨੇ ਬਾਅਦ ਚ ਲਿਆ, ਇਹਨੂੰ ਪਹਿਲਾਂ ਮਿਲ ਗਿਆ। ਉਹਨੂੰ 24 ਗੁਰੂ ਬਣਾਉਣੇ ਪਏ, ਇਹਨੂੰ ਇੱਕ ਨਾਲੇ ਸਰ ਗਿਆ। ਵਿਵੇਕ ਦੀ ਕਥਾ ਜੋ ਸੁਣਾਤੀ, ਆਪ ਤਾਂ ਉਹਨੇ ਕਿਹਾ ਨਹੀਂ ਮੈਂ ਗੁਰੂ ਹਾਂ, ਵਿਵੇਕ ਦੀ ਕਥਾ ਸੁਣਾਤੀ। ਕਹਿੰਦੇ ਗੁਰੂ ਨੇ ਸਾਬਤ ਨਹੀਂ ਕੀਤਾ ਨਾ ਕਥਾ ਸੁਣਾਤੀ ਵਿਵੇਕ ਦੀ। ਵਿਵੇਕ ਔਰ ਵਿਵੇਕ ਦੀ ਲੜਾਈ ਕੀ ਹੁੰਦੀ ਹੈ, ਬਸ ਇਹੀ ਲੜਾਈ ਹੈ। ਉਹ ਲੜਾਈ ਕੀ ਹੈ, ਉਹਦੀਆਂ ਫੌਜਾਂ ਕਹੇ ਜਿਹੀਆਂ, ਉਹਦੀਆਂ ਇਹੋ ਜਿਹੀਆਂ ਨੇ। ਇਹਦੇ ਵਾਲੀਆਂ ਫੌਜਾਂ ਅਵਿਵੇਕ ਵਾਲੀਆਂ ਫੌਜਾਂ ਸੀ, ਇਹ ਰਾਜੇ ਵਾਲੀ। ਬੰਦੇ ਹੀ ਘੋੜੇ ਤੇ ਸਾਰੇ ਹੀ। ਉੱਥੇ ਕਪਟ ਵੀ ਹੈ ਲੜਾਈ ਜਿੱਤਣ 'ਚ। ਸ਼ਾਮ ਦਾ ਦਮ ਦੰਡ ਭੇ ਚਾਰੇ ਤਰੀਕੇ ਵਰਤਣੇ ਨੇ ਦੂਏ ਨੂੰ ਜਿੱਤਣ ਦੇ ਵਿੱਚ। ਸੁਲ੍ਹਾ ਦੀ ਗੱਲ ਵੀ ਕਰ ਲੈਣੀ ਹੈ ਪਹਿਲਾਂ, ਵੀ ਜੇ ਲੜਨਾ ਤਾਂ ਤੇਰੀ ਮਰਜ਼ੀ ਹੈ, ਨਹੀਂ ਲੜਨਾ ਬਈ ਸ਼ਰਤਾਂ ਲਿਖ ਦੇਣੀਆਂ ਵੀ ਇਹ ਸ਼ਰਤਾਂ ਤੇ ਤੈਨੂੰ ਅਧੀਨਗੀ ਕਬੂਲ ਕਰਨੀ ਪਊ। ਹਾਂਜੀ ਤਬ ਜੋਗ ਅਗਨੀ ਨਿਕਾਰੀ। ਜੋਗ ਅਗਨੀ ਨਿਕਾਲੀਏ। ਜੋਗ ਅਗਨੀ ਕੀ ਹੁੰਦੀ ਹੈ, ਦੋਏ ਚੇਤਨ ਮਨ ਦਾ ਜੋਗ ਹੋਏ ਤੋਂ ਬਾਅਦ ਨਾ, ਇੱਕ ਹੋਏ ਤੋਂ ਬਾਅਦ ਵਿੱਚੋਂ ਗਿਆਨ ਪ੍ਰਚੰਡ ਜਿਹੜਾ ਹੁੰਦਾ ਹੈ ਨਾ, ਗਿਆਨ ਖੰਡ ਵਿੱਚ ਗਿਆਨ ਪ੍ਰਚੰਡ, ਉਹ ਜੋਗ ਅਗਨੀ ਹੈ। ਉਹਦਾ ਜੋਗ ਜਗਨੀ ਨਿਕਾਰੀ, ਜਿਹੜੀ ਜੋਗ ਅਗਨੀ ਕਹਿੰਦੇ ਆਹ ਹੁੰਦੀ ਹੈ। ਆਉਂਦੀ ਹੈ ਜੋਗ ਅਗਨੀ। ਜੋਗ ਅਗਨੀ ਸੁਣੀ ਹੋਊ ਤੁਸੀਂ ਵੀ, ਆਹੋ ਕਹਿੰਦੇ ਨੇ ਜੋਗ ਅਗਨੀ ਬੜੇ ਗ੍ਰੰਥਾਂ 'ਚ, ਆਹ ਹੁੰਦੀ ਹੈ ਜੋਗ ਅਗਨੀ। ਇੱਕ ਹੋਏ ਤਾਂ ਉਗਵਾ ਜਿਹੜੀ ਹੈ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ। ਗਿਆਨ ਖੰਡ ਵਿੱਚ ਜੋਗ ਅਗਨੀ ਨਾ, ਬਾਹਰ ਨਹੀਂ ਅੱਗ ਲੱਗਦੀ, ਠੰਡੀ ਅੱਗ ਹੁੰਦੀ ਹੈ ਜੋਗ ਅਗਨੀ। ਉਹ ਤਾਂ ਪਹਿਲਾਂ ਕਹਿਤਾ ਸੀ, ਹਾਂ ਬਾਹਰ ਨਹੀਂ ਅੱਗ ਲੱਗਦੀ। ਉਹ ਤਾਂ ਜੋਗ ਅਗਨੀ ਹੁੰਦੀ ਆ ਮਾਇਆ ਦੀ, ਜਿਹੜੀ ਅੰਦਰ ਹੈ ਨਾ, ਮਾਇਆ ਦੀ ਇੱਛਾ ਉਹ ਜਾਲ ਦਿੰਦੀ, ਮਾਇਆ ਦੀ ਭੁੱਖ ਛੱਡ ਜਾਂਦੀ ਹੈ। ਜਿਹੜੀ ਭੁੱਖ ਹੈ ਨਾ, ਤ੍ਰਿਸ਼ਨਾ, ਤ੍ਰਿਸ਼ਨਾ ਦੀ ਅੱਗ ਸੜ ਜਾਂਦੀ ਹੈ ਜੋਗ ਅਗਨੀ 'ਚ। ਤ੍ਰਿਸ਼ਨਾ ਦੀ ਅੱਗ, ਮਾਇਆ ਦੀ ਅੱਗ ਸੜ ਜਾਂਦੀ ਹੈ ਉਹਦੇ ਵਿੱਚ। ਇਸ ਕਰਕੇ ਮਾਇਆ ਦੀ ਇੰਨੀ ਤੇਜ਼ ਅੱਗ ਹੈ, ਮਾਇਆ ਦੀ ਅੱਗ ਨੂੰ ਸਾੜ ਦਿੰਦੀ ਹੈ, ਤੇ ਮਾਇਆ ਦੀ ਅੱਗ ਫਿਰ ਪਹੁੰਚਦੀ ਹੋਣੀ। ਹੁਣ ਸੂਰਜ ਨੂੰ ਜੇ ਆਪਾਂ ਗਰਮ ਕਰਨਾ ਚਾਹੀਏ ਕਿਸੇ ਚੀਜ਼ ਨਾਲ, ਇੱਥੋਂ
ਕੋਲਾ ਕਾਲਾ ਲਿਜਾ ਕੇ ਭੱਠੀ ਬਣਾ ਕੇ ਸੂਰਜ ਨੂੰ ਗਰਮ ਕਰ ਦਾਂਗੇ ਆਪਾਂ? ਉਹ ਤਾਂ ਪਹਿਲਾਂ ਹੀ ਜ਼ਿਆਦਾ ਗਰਮ ਹੈ। ਜਿਹੜਾ ਪਹਿਲਾਂ ਹੀ ਜ਼ਿਆਦਾ ਗਰਮ ਹੈ ਉਹਨੂੰ ਅਸੀਂ ਕੀ ਗਰਮ ਕਰਾਂਗੇ ਬਈ? ਉਹ ਆਪ ਹੀ ਇੰਨੀ ਗਰਮ, ਮਾਇਆ ਤਾਂ ਉਹਦੇ ਵਿੱਚੋਂ ਪੈਦਾ ਹੋਈ ਆ, ਮਾਇਆ ਨੇ ਉਹਨੂੰ ਕੀ ਸਾੜਨਾ। ਅਤੀ ਜਵਲਤ ਰੂਪ ਅਪਾਰ ਤਬ ਜੋਗ ਅਗਨੀ ਨਿਕਾਰੀ। ਅਤੀ ਜਵਲਤ ਰੂਪ ਅਪਾਰ, ਅਪਾਰ ਰੂਪ ਹੈ ਉਹਦਾ, ਅਤੀ ਜਵਲਤ, ਇੰਨੀ ਤੇਜ ਹੈ ਉਹ ਜਵਲਤ, ਇੰਨੀ ਗਰਮ ਹੈ ਉਹ ਜਵਲਤ, ਗਰਮੀ ਹੈ ਉਹਦੇ ਚ, ਜਿਵੇਂ ਸੂਰਜ ਦੀ ਗਰਮੀ ਹੈ ਨਾ, ਇਸੇ ਕਰਕੇ ਸੂਰਜ ਨਾਲ ਲਾਈਟ ਵੀ ਨਹੀਂ, ਗਰਮੀ ਦੀ ਵੀ ਗੱਲ ਹੈ ਸੂਰਜ ਦੀ ਗੁਣ। ਜਿਵੇਂ ਸੂਰਜ ਕੋਲ ਸਾਰਿਆਂ ਨੂੰ ਅਗਨ ਜ਼ਿਆਦਾ, ਰੋਸ਼ਨੀ ਜ਼ਿਆਦਾ, ਇਹ ਜੀ ਗੱਲ ਹੈ। ਇੰਨੀ ਤੇਜ਼ ਹੈ ਅਗਨ ਉਹ, ਸੰਸਾਰ ਦੀ ਅੱਗ ਉਹਨੂੰ ਕੁਛ ਨਹੀਂ ਕਰ ਸਕਦੀ, ਕੁਛ ਵੀ, ਕਿਸੇ ਕਿਸਮ ਦੀ ਅੱਗ ਸੰਸਾਰ ਦੀ ਉਹਨੂੰ ਗਰਮ ਨਹੀਂ ਕਰ ਸਕਦੀ, ਉਹ ਇਹਨੂੰ ਠੰਡਾ ਕਰ ਦੂਗੀ ਇਹ ਅੱਗ ਨੂੰ, ਉਹਦੇ ਮੂਹਰੇ ਇਹ ਅੱਗਾਂ ਸਭ ਠੰਡੀਆਂ ਨੇ। ਹਾਂਜੀ, ਸਭ ਕੀਸ ਆਪਣ ਦਾਹ ਪੁਰ ਲਖਤ ਸ਼ਾਨ ਸ਼ਾਹ। ਤਬ ਕੀਨ ਆਪਣ ਦਾਹ, ਆਪਣੇ ਮਨ ਦਾ ਹੀ ਦਾਹ ਕਰਤਾ, ਉਹਦੇ ਚ ਸਾੜਿਆ ਮਨ। ਪਰਦੇਸੀ ਕੇ ਘਾਕਰ ਹੈ ਚੌਂਦ ਸਲਾਗਾ, ਆਗ ਖਿੰਥਾ ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ। ਸੰਤੋਖ ਤੇ ਅੰਦਰ ਅੱਗ ਨਹੀਂ ਗਈ, ਸੰਤੋਖ ਤੇ ਬਾਹਰਲਾ ਹਿੱਸਾ ਜਲ ਗਿਆ। ਆ ਸਰੀਰ ਕੀ ਆ, ਬੰਨ ਉਠਾਈ ਪੋਟੜੀ, ਕਿੱਥੇ ਵੰਜਿਆ ਕਾ, ਕਿੱਥੇ ਵਜਾ ਕੱਤ, ਇਹ ਪੋਟੜੀ ਦੇਗੀ, ਇਹ ਪੋਟੜੀ ਪਹਿਲਾਂ ਹੀ ਬਣ ਗਈ ਵੀ ਜਿਵੇਂ ਇਹਦੀ ਸਰੀਰ ਨੂੰ ਸਾੜ ਕੇ ਸੁਆਹ ਦੀ ਪੋਟੜੀ ਸਿਰ ਤੇ ਰੱਖ ਲਈਏ, ਇਹ ਪੋਟੜੀ ਉਹ ਰੱਖੀ ਹੋਈ ਹੈ। ਹੁਣ ਜੋਗੀ ਤਾਂ ਸੁਆਹ ਮਿਲਦੇ ਨੇ ਸਰੀਰ ਨੂੰ ਵੀ ਇਹ ਸੁਆਹ ਹੈ, ਉਹ ਸਰੀਰ ਨੂੰ ਸੁਆਹ ਮਾਰ ਕੇ ਉੱਤੋਂ ਸੁਆਹ ਦਿੰਦੀ ਹੈ ਨਾ, ਉਹ ਕਹਿੰਦੇ ਨੇ ਆਤਮਾ ਨੂੰ ਸੁਆਹ ਬਣੀ ਹੋਈ ਹੈ, ਸਾਰਾ ਸੁਆਹ ਹੈ। ਆ ਉਹਨਾਂ ਦਾ ਫਿਲਾਸਫੀ ਹੈ ਸੁਆਹ ਬਣਨ ਦੀ, ਇਹ ਸੁਆਹ ਦੇਖੇ, ਇਹ ਥੱਲੇ ਵਾਲਾ ਸਰੀਰ ਵੀ ਸੁਆਹ ਦਾ ਰੰਗ ਦਿਖੂ ਨਾ ਉੱਤੋਂ, ਇਹ ਸਾਰਾ ਸਰੀਰ ਸੁਆਹ ਹੈ। ਪੁਰ ਲਖਤ ਸ਼ਾਹਨ ਸ਼ਾਹ, ਪੁਰ ਲਖਤ ਸ਼ਾਹਨ ਸ਼ਾਹ, ਪੁਰ ਲਖਤ ਸਾਰਾ ਸੱਚਖੰਡ ਦੇਖਦਾ, ਪੁਰ ਲਖਤ ਸ਼ਾਹਨ ਸ਼ਾਹ ਦਾ ਜਿਹੜਾ ਸੱਚਖੰਡ ਦੇਖ ਰਿਹਾ ਵੀ ਉਹ ਕੀ ਹੋ ਰਿਹਾ, ਉਹ ਦੇਖ ਰਹੇ ਨੇ। ਸ਼ਹਿਨਸ਼ਾਹ ਦਾ ਪਿੰਡ ਹੈ ਜਿਹੜਾ, ਉਹਦੇ ਇਹਨਾਂ ਨੂੰ ਨਹੀਂ ਦਿਖਦਾ, ਲੋਕਾਂ ਨੂੰ, ਥੱਲੇ ਵਾਲਿਆਂ ਨੂੰ, ਥੱਲੇ ਵਾਲੇ ਨੂੰ ਨਹੀਂ ਕਿਸੇ ਨੂੰ ਦਿਖੀ ਇਹ ਗੱਲ ਵੀ ਅੰਦਰ ਕੀ ਹੋਇਆ, ਕਿਵੇਂ ਮਰਿਆ, ਕੀ ਹੋਇਆ, ਸਾੜਿਆ ਕੀ। ਦੇਖੂਗਾ ਤਾਂ ਉਹੀ, ਦੇਖੂ ਕੌਣ? ਪੁਰ ਲਖਤ ਸ਼ਾਹਨ ਸ਼ਾਹ, ਸ਼ਹਿਨਸ਼ਾਹ ਦਾ ਪਿੰਡ ਦੇਖਦਾ, ਸ਼ਹਿਰ ਦੇਖਦਾ ਜੋ ਹੋ ਰਿਹਾ, ਹੋਰ ਕਿਸੇ ਨੂੰ ਨਹੀਂ ਦਿਖ ਰਿਹਾ ਕੀ ਹੋ ਰਿਹਾ। ਨਾ ਅੱਗ ਦਿਖੀ ਹੈ, ਨਾ ਕੋਈ ਸੜਨ ਵਾਲਾ ਦਿਖਿਆ, ਕੁਝ ਵੀ ਨਹੀਂ ਦੇਖਿਆ ਕਿਸੇ ਨੂੰ ਕੀ ਹੋਇਆ। ਸ਼ਹਿਨਸ਼ਾਹ ਦਾ ਜਿਹੜਾ ਪੁਰ ਉਹ ਦੇਖ ਰਿਹਾ, ਸੱਚਖੰਡ ਵਾਲੇ ਤੇ ਦੇਖ ਰਹੇ ਨੇ ਕੀ ਹੋ ਰਿਹਾ, ਹੋਰ ਕਿਸੇ ਨੂੰ ਨਹੀਂ ਕੋਈ ਦੇਖਿਆ ਹੈਗਾ। ਹਾਂ, ਤਬ ਜਰੀ ਅਗਨੀ ਬਸੇਖ, ਇੱਕ ਵਿਸ਼ੇਸ਼ ਕਿਸਮ ਦੀ ਅੱਗ ਜੜੀ, ਇਹ ਜੀ ਅੱਗ ਤਾਂ ਹੈ ਨਹੀਂ ਅੱਖਾਂ ਨੂੰ ਦਿਖਣ ਵਾਲੀ, ਬਸੇਖ ਹੈ, ਕਿਉਂਕਿ ਦੇਖੀ ਤਾਂ ਉਹਨਾਂ ਨੇ ਹੀ ਹੈ, ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੇ ਦੱਸੀ ਹੈ। ਹੁਣ ਜੇ ਤਾਂ ਇੱਥੇ ਵਾਲੀ ਅੱਗ ਹੁੰਦੀ ਤਾਂ ਦੱਸ ਦਿੰਦੇ ਤੁਹਾਨੂੰ, ਜਿਹਨੇ ਦੇਖੀ ਅੱਗ ਉਹ ਇਹ ਦੱਸ ਰਿਹਾ ਵੀ ਵਿਸ਼ੇਸ਼ ਕਿਸਮ ਦੀ ਅੱਗ ਹੁੰਦੀ ਹੈ, ਉਹ ਇੱਕ ਲਾਟਾਣੇ ਨਹੀਂ ਹੁੰਦੀ। ਹੈ ਕੋਈ ਜੋ ਆਪਣੇ ਗ੍ਰਹਿ ਲਾਵੇ ਆ। ਹਾਂ, ਤ੍ਰਿਣ ਕਾਸ਼ਟ ਘਿਰਤ ਅਸੇਖ, ਉਹਦੇ ਤੇ ਤਿੰਨ ਕੇ ਕਾਸ਼ਟ ਘਿਰਤ, ਉਹ ਵੀ ਹੋਰ ਇੱਕ ਕਿਸਮ ਦਾ ਹੁੰਦਾ। ਉਹ ਆਪਾਂ ਪਾਉਂਦੇ, ਲੱਕੜੀ ਵੀ ਪਾਉਂਦੇ ਆ, ਉਹ ਘਾਹ ਉਸ ਘਿਓ ਵੀ ਪਾਉਂਦੇ ਆ ਉਹਦੇ ਵਿੱਚ, ਜਿਹੜੀ ਬੜੀ ਉਹ ਕਹਿੰਦੇ ਉਹ ਵਿਸ਼ੇ ਹੋਰ ਕਿਸਮ ਦਾ ਹੁੰਦਾ, ਇਹੋ ਜਿਹਾ ਨਹੀਂ ਹੁੰਦਾ। ਤੱਤ ਗਿਆਨ ਹੁੰਦਾ, ਤੱਤ ਤੇਲ, ਉਹਦਾ ਮੱਖਣ ਹੁੰਦਾ, ਉਹ ਗੁਰਮਤਿ ਦਾ ਹੁੰਦਾ ਕੱਢਿਆ ਹੋਇਆ, ਬ੍ਰਹਮਗਨ ਹੁੰਦੀ ਹੈ, ਉਹ ਹੋਰ ਹੁੰਦੀ ਚੀਜ਼ਾਂ, ਇਹ ਨਹੀਂ ਹੁੰਦੀਆਂ। ਸਹਜੇ ਪਰ ਜਾਲੀ, ਹਾਂ ਸਹਜੇ ਪਰ ਜਾਲੀ। ਤਬ ਜਰਿਓ ਤਾਂ ਮਹਿ ਰਾਏ, ਉਹਦੇ ਵਿੱਚ ਰਾਏ ਜੜਿਆ, ਰਾਏ ਰਾਜਾ ਨਹੀਂ ਜੜਿਆ, ਰਾਏ ਇੱਥੇ ਰਾਏ ਆ ਗਿਆ, ਮਨ ਜੜਿਆ, ਰਾਜਾ ਨਹੀਂ ਜੜਿਆ, ਰਾਜਾ ਸਰੀਰ ਨਹੀਂ ਰਾਏ
ਕੋਈ ਹਰ ਸਮਾਨ ਨਹੀਂ, ਰਾਜਾ ਹਰ ਨਹੀਂ ਜਲਿਆ, ਮਨ ਜਲਿਆ ਉਹਦਾ। ਕੋਈ ਹਰ ਸਮਾਨ ਨਹੀਂ ਰਾਜਾ। ਹਰ ਰਾਜਾ ਉਹ ਰਾਏ ਹੈ, ਰਾਏ ਛੋਟਾ ਛੋਟਾ ਰਾਏ ਬਾਗੀ ਹੋਇਆ ਨਾ ਕਿਲੇ ਤੇ। ਉਹ ਤਾਂ ਮੈਂ ਰਾਏ ਰਾਏ ਰਾਜੇ ਤੋਂ ਬਾਗੀ ਹੋਇਆ। ਰਾਜਾ ਨਹੀਂ ਜਲਿਆ, ਰਾਏ ਜਲਿਆ, ਛੋਟਾ ਜਲਿਆ, ਮਨ ਜਲਿਆ। ਉਹਨੇ ਜਲਣਾ ਸੀ, ਹੋਰ ਕੌਣ ਜਲਦਾ? ਰਾਜਾ, ਰਾਜੇ ਨੇ ਰਾਜ ਲੈਣਾ ਨਾ। ਮਨ ਕਹਿੰਦਾ ਮੈਂ ਰਾਜਾ ਬਣਨਾ, ਉਹ ਕਹਿੰਦਾ ਇਹ ਰਾਏ ਬਣਦਾ, ਇੱਥੇ ਦਾ ਰਾਜਾ ਨਹੀਂ ਬਣਦਾ। ਉੱਥੇ ਜਿੱਥੇ ਰਾਜ ਆ ਉੱਥੇ ਨੂੰ ਜਾ ਨਹੀਂ ਰਿਹਾ ਮਨ। ਫਿਰ ਸਮਝਾਇਆ ਵੀ ਰਾਜ ਉੱਥੇ ਰਾਜਾ ਬਣਨਾ, ਰਾਏ ਕਾਤੇ ਬਣਨਾ? ਸੰਸਾਰ ਦਾ ਰਾਜਾ ਰਾਏ ਹੁੰਦਾ, ਰਾਜਾ ਨਹੀਂ ਹੁੰਦਾ। ਕਿਉਂ? ਹੁਕਮ ਦੇ ਅਧੀਨ ਹੈ। ਰਾਏ ਜਿਹੜਾ ਵੱਡੇ ਰਾਜੇ ਦੇ ਅਧੀਨ ਹੁੰਦਾ ਉਹ ਰਾਏ ਹੁੰਦਾ। ਸ਼ਾਹਨਸ਼ਾਹ ਕਾਤੇ ਲਿਖਿਆ ਪਰੇ ਪਹਿਲਾਂ? ਪੁਰਲਖਤ ਸ਼ਾਹਨਸ਼ਾਹ। ਉਹ ਸ਼ਾਹਨਸ਼ਾਹ ਨੇ, ਇੱਥੇ ਦੇ ਜਿਹੜੇ ਸ਼ਾਹ ਨੇ ਉਹਨਾਂ ਦੇ ਸ਼ਾਹਨਸ਼ਾਹ ਨੇ। ਇਹ ਰਾਏ ਨੇ, ਉਰੇ ਦੇ ਸ਼ਾਹ ਨੇ ਜਿਹੜੇ ਰਾਏ ਨੇ। ਰਾਏ ਨੇ, ਇਹਨਾਂ ਦੇ ਸ਼ਾਹਨਸ਼ਾਹ ਉਹ ਨੇ, ਸਿਰ ਸ਼ਾਹ ਪਾਤਸ਼ਾਹ। ਸਰਸ਼ਾਹ ਪਾਸ਼ਾ। ਇਹ ਰਾਏ ਨੇ। ਛੋਟਾ ਰਾਜ ਭਾਲਦਾ, ਬੜਾ ਲੈਂਦਾ ਨਹੀਂ, ਬੜਾ ਅਕਲਮੰਦ। ਅਰੇ ਤਾਂ ਪਤਾ ਵੀ ਨਹੀਂ 2.5 ਸਾਲ ਆਉਣੇ ਨੇ ਕਿ 3 ਆਉਣੇ ਨੇ, ਕੁਰਸੀ ਮਿਲਦੀ ਸਾਰ। ਇਹ ਕਿਹੜਾ ਪਤਾ ਵੀ ਕਿੰਨਾ ਚਿਰ ਹੈ ਟਾਈਮ? ਕੁਰਸੀ ਦੇ ਬਾਅਦ ਕਿੰਨਾ ਚਿਰ ਹੈ ਕੋਈ ਇਹਦਾ ਪਤਾ? ਉਹ ਜਾਣਾ ਹੀ ਕਿਤੇ ਨਹੀਂ ਰਾਜ। ਹਾਂ, ਤਬ ਜਰਿਓ ਤਾਂ ਮਹਿ ਰਾਏ, ਭਏ ਭਸਮ ਅਦਭੁਤ ਕਾਏ। ਭਏ ਭਸਮ ਅਦਭੁਤ ਕਾਏ। ਅਦਭੁਤ ਕਾਇਆ, ਅਜੀਬ ਕਿਸਮ ਦੀ ਕੋਈ ਕਾਇਆ ਸੀ। ਕਾਇਆ ਬਸ ਹੋਈ ਆ, ਮਾਇਆ ਨਹੀਂ ਹੋਈ, ਸਰੀਰ ਨਹੀਂ ਹੋਇਆ। ਅਦਭੁਤ ਕਾਇਆ ਸੀ ਜਿਹੜੀ ਉਹਦੀ, ਉਹਦਾ ਭਰਮੇ ਜਲਿਆ, ਹੋਰ ਕੀ ਜਲਿਆ? ਨਰਾਇਣ ਸਿੰਘ ਟੀਕਾਕਾਰ ਸਿਰ ਬਾਹਰਲੇ ਸਰੀਰ ਦੀ ਬਾਹਰਲੀ ਹੈ ਕਿ ਨਹੀਂ, ਬਾਹਰਲੇ ਸਰੀਰ ਦੀ ਗੱਲ ਕਰ ਰਿਹਾ। ਇਹ ਉਹੀ ਕਰੂਗਾ, ਹੋਰ ਦੁਬਾਰਾ ਕੀ ਕਰੇ? ਅੰਦਰਲੇ ਦੀ ਕਿਵੇਂ ਕਰੂਗਾ? ਇਹਨੂੰ ਕੀ ਪਤਾ? ਉਹ ਬਾਜ਼ਾਰ ਨਹੀਂ ਖੁੱਲਿਆ ਇਹਨਾਂ ਵਾਸਤੇ। ਇਹ ਬਾਜ਼ਾਰ ਹੋਰ ਦੇ, ਇਹ ਹੋਰ ਬਾਜ਼ਾਰ ਹੈ ਇਹਨਾਂ ਦਾ, ਉਹ ਬਾਜ਼ਾਰ ਨਹੀਂ ਖੁੱਲਿਆ ਇਹਨਾਂ ਦਾ, ਉਹ ਬਾਜ਼ਾਰ ਬੰਦ ਹੈ। ਜੋ ਅਗਰ ਦੇਖਿਓ ਨਹੀਂ ਸਮਝੇ ਨਹੀਂ, ਇਹ ਬਾਜ਼ਾਰ ਹੋਰ ਹੈ ਇਹਨਾਂ ਦਾ। ਭਏ ਭਸਮ ਅਦਭੁਤ ਕਾਏ। ਅਦਭੁਤ ਜਿਹੜੀ ਕਾਇਆ ਸੀ ਉਹ ਭਸਮ ਹੋ ਗਈ। ਕਾਇਆ ਕਿਸੇ ਭਰਮ ਦਾ ਨਾਸ ਹੋਇਆ। ਉਹ ਭਰਮ ਦਾ ਅੰਡਾ ਸੀ ਨਾ ਜਿਹੜਾ, ਇਹ ਤੇ ਭਸਮ ਲਿਖਿਆ, ਉੱਥੇ ਫੁੱਟੋ ਅੰਡਾ ਭਰਮ ਕਾ ਬਣਾ ਪਿਆ ਪ੍ਰਗਾਸਾ। ਉੱਥੇ ਫੁੱਟਿਆ ਲਿਖਿਆ ਤੇ ਭਸਮ ਲਿਖਿਆ। ਮਿਲਾਤੀ ਕਈ ਦਿਓਸ ਬਰਖ ਪਰਮਾਨ, ਸਲ ਜਰਾ ਜੋਰ ਮਹਾਨ। ਕਈ ਬਰਸ, ਕਈ ਦਿਓਸ ਬਰਖ ਪਰਮਾਨ। ਕਈ ਦਿਨ ਔਰ ਕਈ ਸਾਲ ਤੱਕ ਅੱਗ ਜਲਦੀ ਰਹੀ। ਚਿਤਾ ਨਜ਼ਰ ਜਲਦੀ ਹੁੰਦੀ ਹੈ। ਕਈ ਦਿਓਸ ਬਰਖ ਪਰਮਾਨ, ਸਲ ਕਿੰਨਾ ਚਿਰ ਬੈਠਾ ਰਿਹਾ ਉਹ, ਕਿੰਨੇ ਸਾਲ ਬੈਠਾ ਰਿਹਾ, ਜਾਲਦਾ ਰਿਹਾ ਮਨ ਨੂੰ। ਹੌਲੀ ਹੌਲੀ ਜਲਿਆ, ਇੱਕਦਮ ਤਾਂ ਜਲਦਾ ਨਹੀਂ। ਬਰਖ ਪਰਮਾਨ, ਸਲ ਜਰਾ ਜੋਰ ਮਹਾਨ। ਚਿਖਾ ਜਲੀ, ਸਲ ਚਿਖਾ ਨੂੰ ਕਹਿੰਦੇ ਨੇ। ਸਲ ਜਰਾ ਜੋਰ ਬੜੇ ਜ਼ੋਰ ਜ਼ੋਰ ਨਾਲ ਜਲੀ ਚਿਖਾ ਇਹ ਮਨ। ਬਹੁਤ ਸਾਰੀ ਦੁਨੀਆ ਜਿੱਤੀ ਹੋਈ ਸੀ, ਐਵੇਂ ਨਹੀਂ ਸੀ ਜਲਦਾ ਮਨ। ਬਹੁਤ ਮਜ਼ਬੂਤ ਸੀ, ਬੜਾ ਸੀ। ਜਿੱਡਾ ਵੱਡਾ ਹੁੰਦਾ ਉਹਨਾਂ ਦੇਰ 'ਚ ਜਲਦੀ ਹੈ ਲੱਕੜ, ਜਿੰਨੀ ਭਾਰੀ ਹੋਊ ਉਹਨਾਂ ਦੇਰੇ ਲੱਗੂ ਜਲ ਨੂੰ। ਉਹ ਤਿਲਕਾ ਥੋੜੀ ਜਿਹੀ ਫਟਾਫਟ ਜਲ ਗਿਆ। ਮੁੰਡੇ ਦੀ ਹਾਂ, ਭਈ ਭੂਤ ਭਸਮੀ ਦੇਹ, ਧਨ ਧਾਮ ਛਾੜਿਓ ਨੇਹ। ਆ ਲੈ ਲੈ ਗੱਲ ਕੀ ਹੋਈ? ਜਿਹੜੀ ਭਸਮੀ ਦੇ ਸੀ ਨਾ, ਆਹ ਬਾਹਰਲੀ, ਇਹ ਤੇ ਨਾਲ ਜੁੜਿਆ ਸੀ ਧਨ ਧਾਮ ਜਿਹੜਾ, ਉਹਦਾ ਮੋਹ ਛੱਡਿਆ। ਲਾ ਮੋਹ ਇਹ ਜੜਿਆ ਇਹਨਾਂ ਚ, ਹੋਰ ਕੁਛ ਨਹੀਂ ਜੜਿਆ। ਸਿਰਫ ਮਾਇਆ ਦਾ ਮੋਹ ਜੜਿਆ, ਹੋਰ ਕੁਛ ਨਹੀਂ ਜੜਿਆ। ਭਈ ਭੂਤ ਭਸਮੀ ਦੇਹ। ਭਸਮੀ ਦੇ, ਆ ਭਸਮੀ ਦੇ, ਆ ਜਿਹੜੀ ਦੇਹ ਹੈ ਇਹਨੂੰ ਭਸਮ ਸਮਝ ਲਿਆ ਬਸ। ਭਈ ਹਾਂ, ਹੋ ਗਈ ਇਹ ਹੋਈ ਹੈ। ਪਹਿਲਾਂ ਇਹਨੂੰ ਕੰਚਨ ਸਮਾਨ ਮੰਨਦਾ ਉਹ ਸੀ। ਮਨ, ਹਾਂ, ਜਿਹਦੇ ਖਾਤਰ ਸਭ ਕੁਝ ਕਰਦਾ ਸੀ। ਭਈ ਭੂਤ ਭਸਮੀ ਦੇਹ। ਉਹ ਉਹਨੂੰ ਭੂਤ ਮੰਨੇ ਵੀ ਇਹ ਤਾਂ ਇਹਨੂੰ ਵਿਭੂਤ ਮੰਨ ਗਿਆ। ਇਹਨੂੰ ਮੰਨ ਲਿਆ ਵੀ ਇਹ ਮੈਂ ਨਹੀਂ ਹੈਗਾ, ਇਹ ਵਿਭੂਤੀ ਹੈ, ਮਾਇਆ। ਆ ਦੇਖਿਆ ਇਹਨਾਂ ਇਹ ਗੁਰੂ ਦੀ ਲਿਖਤ ਨੇ। ਉਹ ਜਿਹੜੀ ਮੂਰਤੀ ਪੂਜਾ ਦਿਮਾਗ 'ਚ ਬਿਠਾਈ ਸੀ ਨਾ ਪੰਡਤ ਨੇ, ਉਹ ਨਿਕਲੀ ਹੈ ਵੀ ਤੇਰੀ। ਜਿਵੇਂ ਦੱਤਾਤਰੇయ ਦੀ ਮੂਰਤੀਆਂ ਬਣਾਈਆਂ ਹੋਈਆਂ ਸੀ ਉਹਨਾਂ ਨੇ। ਇਸ ਭਾਸ਼ਾ ਹੋਰ ਜਗ੍ਹਾ ਆਊਗਾ, ਉਹ ਕਹਿਣਗੇ ਜੇ ਕੋਈ ਜਾਏ ਸੰਨਿਆਸਨ ਕੇ, ਜੇ ਕਹਿੰਦੇ ਕੋਈ ਸੰਨਿਆਸੀਆਂ ਦੇ ਜਾਂਦਾ
ਦੱਤ ਹੀ ਸੱਤ ਹੈ ਮੰਤਰ ਦ੍ਰਿੜਾਵੇਂ। ਉਹ ਕਹਿੰਦੇ ਨੇ ਦੱਤ ਹੀ ਸੱਤ ਸਰੂਪ ਹੈ, ਦੱਤ ਦੇ ਗਾਹਾਂ ਕੁਛ ਨਹੀਂ। ਇਹਦਾ ਮਤਲਬ ਵੀ ਮੈਨੂੰ ਕਹਿਣ। ਪਹਿਲਾਂ ਇਹ ਸੀ, ਉਹ ਤਾਂ ਗਲਤ ਕਹਿੰਦੇ ਸੀ। ਫਿਰ ਉਹ ਦਿਮਾਗ 'ਚ ਫਸਿਆ ਹੋਇਆ ਸੀ ਵੀ ਆਦਮੀ ਉਹੀ ਸੱਤ ਸਰੂਪ ਹੁੰਦਾ, ਮੇਰੀ ਮੂਰਤੀ ਜਿਹੜੀ ਹੈ ਉਹਦੀ ਜੋ ਮੂਰਤੀ ਸੀ ਉਹਦੀ ਜਗ੍ਹਾ ਮੇਰੀ ਆ ਜਾਵੇ। ਆਹ ਗੱਲ ਸੀ। ਦੱਤ ਦੇ ਚੇਲੇ ਤੇ ਬਹੁਤੇ ਰਾਜੇ ਵੀ ਇਹ ਜਿੱਤ ਲਿਆ, ਦੱਤ ਮੈਂ ਜਿੱਤ ਲਿਆ, ਜਿੱਤ ਲਿਆ, ਦੱਤ ਜਿੱਤ ਲਿਆ, ਮੈਂ ਦੱਤ ਨੂੰ ਬੜਾ ਹੋ ਗਿਆ। ਜਿਹੇ ਜੀ ਗੱਲ ਕੋਈ ਸਮਝਾਊਗਾ, ਪੰਡਤਾਂ ਨੇ ਸਮਝਾਤੀ, ਉਹਨੇ ਮੰਨ ਲਈ। ਧਨ ਧਾਮ ਛਾੜਿਓ ਨੇਹ। ਆ ਦੇਖੋ, ਸਿਰਫ ਨੇ ਛੱਡਿਆ ਧਨ ਧਾਮ। ਧਨ ਧਾਮ ਛਾੜਿਓ ਨੇਹ। ਜਿਹੜੇ ਧਨ ਔਰ ਧਾਮ ਸੀ, ਆਪਣਾ ਵੀ ਸੀ ਜਿਹੜਾ, ਲੋਕਾਂ ਦਾ ਤਾਂ ਮੋੜਤਾ ਉਹਨਾਂ ਨੂੰ, ਉਹਦਾ ਨਹੀਂ ਛੱਡਦਾ। ਇਹ ਜਿਹੜਾ ਨੇ ਹੈ ਨਾ, ਇਹ ਦੁਬਾਰਾ ਜਨਮ ਇਹ ਦਊਗਾ। ਜਿਹੜਾ ਮੋਹ ਹੈ ਨਾ, ਮਾਇਆ ਨਹੀਂ ਛੱਡਣ ਦੀ ਲੋੜ। ਛੱਡਿਆ ਕੁਝ ਵੀ ਨਹੀਂ, ਨਹੀਂ ਛੱਡਿਆ। ਨੇ ਧਨ ਧਾਮ ਛਾੜਿਓ ਨੇਹ। ਛੱਡਿਆ ਨਹੀਂ ਕੁਝ ਵੀ, ਉਹਦਾ ਨਹੀਂ ਛੱਡ ਦਿੱਤਾ। ਕੋਈ ਪਹਿਰੇਦਾਰ ਹੈ, ਉਹ ਪਹਿਰੇਦਾਰ ਤਾਂ ਹੈਗਾ ਮੈਂ, ਪਰ ਚੀਜ਼ ਨਹੀਂ ਮੇਰੀ। ਇੱਕ ਵਾਰੀ